ਜਿਹੜਾ ਉਹ ਮਨ ਦੇ ਪ੍ਰਥਾਏ ਆ ਗਿਆ। ਕਿਉਂਕਿ ਜੋ ਮਨ ਨੂੰ ਨੌਲੇਜ ਹੈ ਸੋ ਬੜੀ ਦੂਰ ਤਾਈਂ ਇਹ ਚਲੇ ਜਾਂਦਾ। ਜਿਹੜਾ ਮਨ ਬੜੀ ਇਹਨੂੰ ਨੌਲੇਜ ਆ ਮਨ ਨੂੰ। ਤਦੇ ਕਹਿਤਾ ਕਬੀਰ ਜੀ ਨੇ, ਕਹਿੰਦੇ ਮਨ ਜਾਣਤ ਸਭ ਬਾਤ, ਇਹਨੂੰ ਸਭ ਪਤਾ ਹੁੰਦਾ। ਜਾਣਤ ਹੀ ਔਗਣ ਕਰਾ, ਕਿ ਇਹਨੂੰ ਚੰਗੇ ਮਾੜੀ ਦੀ ਸੋਝੀ ਨਹੀਂ ਹੁੰਦੀ, ਸਭ ਸੋਝੀ ਹੁੰਦੀ ਹੈ। ਪਰ ਟਪਲਾ ਖਾ ਜਾਂਦਾ ਜਿਹੜਾ ਮਨ ਮਾਇਆ ਵੇੜਿਆ ਹੁੰਦਾ ਨਾ, ਜਿਸ ਮਨ ਨੂੰ ਵਿਕਾਰਾਂ ਨੇ ਘੇਰਿਆ ਹੋਇਆ ਹੁੰਦਾ, ਉਹ ਗਲਤੀਆਂ ਕਰਦਾ ਜੀ। ਮਨ ਬੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ, ਉੱਥੇ ਕੋ ਗਲਤੀਆਂ ਹੋ ਜਾਂਦੀਆਂ। ਉੱਥੇ ਫਿਰ ਬੁੱਧ ਕੰਮ ਕਰਦੀ ਹੈ। ਜਪਜੀ ਸਾਹਿਬ ਦੇ ਵਿੱਚ ਆਉਂਦਾ, ਤਿੱਥੇ ਘੜੀਏ ਸੁਰਤ ਮਤ ਮਨ ਬੁੱਧ। ਸੋ ਸਾਡੀ ਸੁਰਤ ਮਤ ਮਨ ਬੁੱਧ ਇਹ ਘੜੇ ਹੋਣੇ ਚਾਹੀਦੇ ਆ। ਅਤੇ ਇਹ ਕਿੱਥੇ ਘੜੇ ਕਿੱਥੇ ਜਾਂਦੇ? ਕਹਿੰਦੇ ਸ਼ਬਦ ਦੀ ਟਕਸਾਲ 'ਚ ਘੜੇ ਜਾਂਦੇ। ਘੜੀਆ ਸ਼ਬਦ ਸੱਚੀ ਟਕਸਾਲ, ਸ਼ਬਦ ਦੀ ਜਿਹੜੀ ਟਕਸਾਲ ਹੈ ਇਹ ਸੱਚੀ ਟਕਸਾਲ ਮੰਨੀ ਜਾਂਦੀ ਹੈ। ਜਦੋਂ ਸੁਰਤ ਮਤ ਮਨ ਬੁੱਧ ਸ਼ਬਦ ਦੇ ਵਿੱਚ ਪੈਂਦੀ ਹੈ, ਜਦੋਂ ਸ਼ਬਦ ਦੇ ਵਿੱਚ ਪੈਂਦੀ ਹੈ, ਤਾਂ ਫਿਰ ਸੁਰਤ ਮਤ ਮਨ ਬੁੱਧ ਇਹ ਘੜੇ ਜਾਂਦੇ ਨੇ ਜੀ। ਅਤੇ ਸ਼ਬਦ ਤੋਂ ਬਿਨਾਂ ਇਹ ਘੜੇ ਹੀ ਨਹੀਂ ਜਾਂਦੇ। ਜੋ ਮਰਜ਼ੀ ਕਰ ਲਓ, ਜਿੰਨੇ ਮਰਜ਼ੀ ਕਿਤਾਬਾਂ ਪੜ੍ਹ ਲਓ, ਹੋਰ ਮੱਤਾਂ ਦੇ ਗਿਆਨ ਲੈ ਲਓ। ਸਾਡੇ ਕੋਲ ਤਾਂ ਆਪਣੇ ਕੋਲ ਇੰਨਾ ਗਿਆਨ ਹੈ, ਸਾਨੂੰ ਹੋਰ ਪਾਸੇ ਜਾਣ ਦੀ ਲੋੜ ਹੀ ਨਹੀਂ ਹੈ ਜੀ। ਇੰਨਾ ਕੁ ਗਿਆਨ ਹੈ, ਅਤੇ ਨਾਲੇ ਉਮਰ ਕਿੰਨੀ ਕੁ ਆਪਣੀ ਕਿਤੇ। ਇਸ ਕਰਕੇ ਇੱਧਰ ਉੱਧਰ ਨਿਗਾਹ ਮਾਰਨ ਦੀ ਕੋਈ ਲੋੜ ਨਹੀਂ। ਗੁਰਬਾਣੀ ਹੈ, ਗੁਰਬਾਣੀ ਦਾ ਗਿਆਨ ਜਿਹੜਾ ਵੱਧ ਤੋਂ ਵੱਧ ਹਾਸਲ ਕਰਨਾ ਬਸ। ਸੋ ਇਹ ਬਹੁਤ ਵੱਡੀ ਬਾਤ ਹੈ। ਹੁਣ ਸ਼ਬਦ ਵਰਤਿਆ, ਕਹਿੰਦੇ ਜੋਤ ਕੀ ਜਾਤ। ਸੋ ਜਿੱਦਾਂ ਇਹਨੂੰ ਕਬੀਰ ਸਾਹਿਬ ਜੀ ਕਹਿੰਦੇ ਏਕ ਨੂਰ, ਉਹਨਾਂ ਨੇ ਨੂਰ ਸ਼ਬਦ ਵਰਤਿਆ ਕਬੀਰ ਸਾਹਿਬ ਜੀ ਨੇ। ਨੂਰ ਇੱਕ ਹੈ, ਜੋਤ ਇੱਕ ਹੈ। ਏਕ ਨੂਰ ਤੇ ਸਭ ਜਗ ਉਪਜਿਆ। ਇੱਕ ਜੋਤ ਤੋਂ ਸਭ ਕੁਝ ਪੈਦਾ ਹੋਇਆ। ਜੋ ਵੀ ਅਸੀਂ ਵੇਖਦੇ, ਜਿੰਨੀ ਰਚਨਾ ਨਾ, ਜਿੰਨੀ ਵੀ ਰਚਨਾ 84 ਲੱਖ ਜੂਨ ਪੈਦਾ ਕਰ ਦਿੱਤੀ ਹੈ। ਅਤੇ ਜੋ ਵੀ ਉਸਨੇ ਖੰਡ ਬ੍ਰਹਿਮੰਡ ਪੈਦਾ ਕਰ ਦਿੱਤੇ, ਬਣਾ ਦਿੱਤੇ, ਸਾਰੀ ਉਹਦੀ ਰਚਨਾ। ਜੋਤ ਕੀ ਜਾਤ ਨੂਰ। ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਖਾਕ ਨੂਰ ਕਰਦਮ ਆਲਮ ਦੁਨੀਆਏ। ਖਾਕ ਕੀ ਹੈ? ਮਿੱਟੀ। ਮਿੱਟੀ ਨੂਰ ਕੀ ਹੈ? ਪ੍ਰਕਾਸ਼। ਮਿੱਟੀ ਅਤੇ ਪ੍ਰਕਾਸ਼ ਦਾ ਸੁਮੇਲ ਹੈ ਸਾਰੀ ਦੁਨੀਆ। ਮਿੱਟੀ ਕਿਹੜੀ? ਪੰਜਾਂ ਤੱਤਾਂ ਦੀ। ਤੱਤਾਂ ਦੀ ਸੋਝੀ ਸਾਨੂੰ ਚਾਹੀਦੀ ਨਾ। ਹੁਣ ਜਿਹੜੇ ਮਟੀਰੀਅਲ ਦਾ ਸਰੀਰ ਬਣਿਆ ਹੈ, ਮੈਨੂੰ ਉਹਦੀ ਸੋਝੀ ਨਹੀਂ ਅਤੇ ਮੈਂ ਰੱਬ ਨੂੰ ਕੀ ਜਾਣਾਂਗਾ ਜੀ। ਮਟੀਰੀਅਲ ਜੋ ਸਰੀਰ ਨੂੰ ਲੱਗਾ, ਸੋ ਉਹ ਹੈ ਅੱਗ ਹੈ, ਹਵਾ ਆ, ਪਾਣੀ ਹੈ, ਮਿੱਟੀ ਹੈ, ਆਕਾਸ਼ ਹੈ। ਇਹ ਪੰਜ ਤੱਤ ਲੱਗੇ ਹੋਏ ਨੇ। ਇਹ ਤੱਤਾਂ ਦੀ, ਜੇ ਇਹਨਾਂ ਤੱਤਾਂ ਦੀ ਜਾਣਕਾਰੀ ਨਹੀਂ ਤਾਂ ਗੁਰਬਾਣੀ ਦੇ ਤੱਤ ਨੂੰ ਮੈਂ ਕਿੱਦਾਂ ਸਮਝ ਲਊਂਗਾ ਜੀ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਘਰ ਦੀ ਸੋਝੀ ਚਾਹੀਦੀ ਹੈ, ਇਹ ਮਟੀਰੀਅਲ ਦੀ ਸੋਝੀ ਚਾਹੀਦੀ। ਇਹਨਾਂ ਤੱਤਾਂ ਦਾ ਗਿਆਨ ਨਾ ਹੋਣ ਕਰਕੇ ਅਸੀਂ ਜਿਹੜਾ ਭੋਜਨ ਖਾਂਦੇ, ਤੱਤਾਂ ਦਾ ਭੋਜਨ ਨਹੀਂ ਖਾਂਦੇ। ਜੀਵ ਦੇ ਸਵਾਦ ਦਾ ਭੋਜਨ ਹੈ ਸਾਡਾ। ਜੇ ਤੱਤਾਂ ਦਾ ਗਿਆਨ ਹੋਵੇ, ਫਿਰ ਜੋ ਤੱਤਾਂ ਵਾਲਾ ਭੋਜਨ ਖਾਈਏ ਤਾਂ ਫਿਰ ਸਰੀਰ ਆਪੇ ਆਪਣਾ ਸੈੱਟ ਰਹਿਣਾ, ਰੋਗ ਰਹਿਣਾ। ਹੁਣ ਜਿਨ੍ਹਾਂ ਨੂੰ ਸੋਝੀ ਆਈ ਜਾਂਦੀ, ਉਹ ਫਿਰ ਤੱਤਾਂ ਦਾ ਭੋਜਨ ਖਾਂਦੇ। ਉਹ ਜੀਵ ਦਾ ਸਵਾਦ ਨਹੀਂ ਦੇਖਦੇ। ਉਹ ਦੇਖਦੇ ਕਿਹੜਾ ਵਿਟਾਮਿਨ, ਕਿਹੜਾ ਸਾਨੂੰ ਚਾਹੀਦਾ, ਉਹ ਸਭ ਨਾਲ ਭੋਜਨ ਉਹਨਾਂ ਨੇ ਆਪਣਾ ਸ਼ੁਰੂ ਕਰ ਲਿਆ। ਅਤੇ ਗੁਰਬਾਣੀ ਵਿੱਚ ਤਾਂ ਬਹੁਤ ਦੇਰ ਦੀਆਂ ਗੱਲਾਂ ਕੀਤੀਆਂ ਹੋਈਆਂ ਵੀ ਭਾਈ ਤੱਤਾਂ ਦੀ ਜਾਣਕਾਰੀ ਲਵੋ। ਤੱਤ ਜਿਨ੍ਹਾਂ ਤੱਤਾਂ ਦਾ ਮੇਰਾ ਸਰੀਰ ਬਣਿਆ, ਉਹਦੀ ਮੈਨੂੰ ਜਾਣਕਾਰੀ ਚਾਹੀਦੀ ਹੈ। ਕੀ ਹੈ? ਇਹ ਜਾਤ ਹੈ। ਪੰਜੇ ਤੱਤ ਜਿਹੜੇ ਨੇ ਨਾ, ਇਹ ਜਾਤ। ਇਹਨਾਂ ਪੰਜਾਂ ਤੱਤਾਂ ਨੂੰ ਇਕੱਠਾ ਕਰ ਦਿੱਤਾ ਉਹਨੇ। ਹੁਣ ਉਹਦੀ ਜੋਤ ਹੈ। ਉਹਦੀ ਜੋਤ ਇਸ ਜਾਤ ਦੇ ਵਿੱਚ ਹੈ, ਇਸ ਸਰੀਰ ਦੇ ਵਿੱਚ ਹੈ। ਜੇ ਇਸ ਸਰੀਰ ਦੇ ਵਿੱਚ ਉਸ ਦੀ ਜੋਤ ਨਾ ਹੁੰਦੀ, ਇਹ ਕਦੀ ਨਾ ਚੱਲਦਾ। ਅਗਰ ਇਸ ਸਰੀਰ ਦੇ ਵਿੱਚ ਉਸ ਦੀ ਜੋਤ ਹੈ, ਇਹ ਵੇਖਦਾ, ਇਹ ਸੁਣਦਾ, ਇਹ ਬੋਲਦਾ, ਹੱਸਦਾ, ਖੇਡਦਾ। ਜੇ ਜੋਤ ਨਾ ਹੋਵੇ, ਇਹ ਮਿੱਟੀ ਕੁਝ ਨਹੀਂ ਕਰ ਸਕਦੀ, ਕੁਝ ਨਹੀਂ। ਇਸ ਕਰਕੇ ਕਬੀਰ ਜੀ ਕਹਿੰਦੇ ਜੋਤ ਕੀ ਜਾਤ। ਹੁਣ ਇਹ ਜਾਤ ਸਰੀਰ ਹੈ। ਹੁਣ ਜਾਤ ਕੀ ਜੋਤੀ। ਇਸ ਜਾਤ ਦੀ ਜੋਤੀ ਜਿਹੜੀ ਹੈ, ਹੁਣ ਜੋਤੀ ਜਿਹੜੀ ਹੈ ਉਹ ਅਸੀਂ ਇੱਥੇ ਬੁੱਧ ਲਵਾਂਗੇ, ਫਿਰ ਗੱਲ ਬਣਨੀ ਹੈ ਜੀ। ਕਿਉਂਕਿ ਪ੍ਰਕਰਣ ਦੇ ਹਿਸਾਬ ਨਾਲ ਜਿਹੜਾ ਅਰਥ ਚੱਲਦਾ ਹੁੰਦਾ ਹੈ, ਤਾਂ ਅੰਤਸ਼ਕਰਨ ਦਾ ਹੀ ਪਰਿਵਾਰ ਆ, ਚਾਹੇ ਸੁਰਤ ਆ, ਮਤ ਆ, ਮਨ ਆ, ਬੁੱਧ ਹੈ। ਅਤੇ ਆਪਾਂ ਜਿਹੜੇ ਇਹ ਚਾਰ ਚੀਜ਼ਾਂ ਅੰਤਸ਼ਕਰਨ ਦੀਆਂ ਨਾ, ਉਹਨਾਂ 'ਚੋਂ ਆਪਾਂ ਨੂੰ ਉਹ ਲੈਣਾ ਪੈਂਦਾ। ਕਿਉਂਕਿ ਪ੍ਰਕਰਣ ਕੀ ਹੈ? ਸੋ ਇਹ ਜਿਹੜੀ ਬੁੱਧ ਆ ਨਾ, ਇਹ ਹੁਣ ਜੋਤੀ। ਕਿਉਂਕਿ ਬੁੱਧ ਇੱਕ ਸਾਡਾ 6ਵਾਂ ਗਿਆਨ ਇੰਦਰ ਹੈ ਜੀ। ਬੁੱਧ ਦੇ ਨਾਲ ਹੀ ਸਾਰੇ ਕੰਮ ਹੁੰਦੇ ਆ ਟੋਟਲੀ। ਧਿਆਨ ਲਾ ਲਓ, ਮਨ ਦੀ ਗੱਲ ਕਰ ਲਓ, ਖਿਆਲ ਲਾ ਲਓ, ਸਾਰਾ ਟੋਟਲੀ ਜਿਹੜਾ ਇਹ ਬੁੱਧ 'ਤੇ ਡਿਪੈਂਡ ਕਰਦਾ ਜੀ। ਹੁਣ ਬੁੱਧ ਦੀ ਗੱਲ ਕਰਕੇ ਅੱਗੇ ਜਿਹੜੀ ਪੰਕਤੀ ਹੈ,
ਕਹਿੰਦੇ ਤਿਤ ਲਾਗੇ ਕੰਚੂਆ ਫਲ ਮੋਤੀ। ਇਹਦਾ ਮਤਲਬ ਜੇ ਫਲ ਤਾਂ ਫਿਰ ਬੁੱਧ ਨੂੰ ਲੱਗਿਆ, ਬੁੱਧ ਨੂੰ ਫਲ ਲੱਗਾ। ਸੋ ਇਹ ਫਲ ਕਿਹੜਾ ਆ? ਫਲ ਲੱਗਦਾ ਆ, ਕੱਚ ਲੱਗਦਾ, ਮੋਤੀ ਲੱਗਦੇ ਨੇ। ਕੰਚੂਆ ਕੱਚ ਹੋ ਗਿਆ, ਕੱਚਾ ਫਲ ਹੋ ਗਿਆ। ਕੱਚਾ ਫਲ ਜਿਹੜਾ ਨਸ਼ਟ ਹੁੰਦਾ, ਕੱਚਾ ਫਲ ਖਰਾਬ ਹੋ ਸਕਦਾ। ਹੁਣ ਜਿਹੜਾ ਇੱਕ ਸਰੀਰ ਦਾ ਫਲ ਹੋ ਗਿਆ, ਇੱਕ ਬੁੱਧ ਦਾ ਫਲ ਹੋ ਗਿਆ। ਥੋੜ੍ਹਾ ਜਿਹਾ ਧਿਆਨ ਦੇਣਾ ਬਸ, ਫਿਰ ਆਪਾਂ ਨੂੰ ਬੜਾ ਕੁਝ ਲਾਭ ਪ੍ਰਾਪਤ ਹੋ ਸਕਦਾ ਸ਼ਬਦ 'ਚੋਂ। ਸਰੀਰ ਨੂੰ ਫਲ ਕਿਹੜਾ ਲੱਗਦਾ ਜੀ? ਜਿਹੜਾ ਸਰੀਰ ਨੂੰ ਫਲ ਲੱਗਿਆ ਉਹ ਲੱਗਦਾ ਔਲਾਦ ਦਾ ਫਲ। ਅਤੇ ਔਲਾਦ ਦਾ ਫਲ ਪੱਕਾ ਥੋੜ੍ਹੀ ਹੈ, ਕੱਚਾ ਹੈ। ਸੋ ਜੋ ਉਪਜਿਓ ਸੋ ਬਿਨਸ ਹੈ, ਕਿਉਂਕਿ ਨਸ਼ਟ ਹੁੰਦਾ, ਅਤੇ ਇੱਕ ਪੱਕਾ ਫਲ ਨਹੀਂ ਹੈ। ਅਤੇ ਹੈਗਾ ਫਲ, ਔਲਾਦ ਦਾ ਫਲ ਹੈ, ਇਹ ਸਰੀਰ ਨੂੰ ਲੱਗਦਾ। ਬੁੱਧ ਨੂੰ ਕਿਹੜਾ ਫਲ ਲੱਗਦਾ? ਬੁੱਧ ਨੂੰ ਗਿਆਨ ਦਾ ਫਲ ਲੱਗਦਾ ਜੀ। ਬੁੱਧੀ ਨੂੰ ਗਿਆਨ ਦਾ ਫਲ ਲੱਗਦਾ ਹੁੰਦਾ। ਹੁਣ ਜਿਹੜਾ ਗਿਆਨ ਦਾ ਫਲ ਹੈ, ਸੋ ਇਹ ਕੱਚਾ ਵੀ ਹੈ ਅਤੇ ਇਹ ਪੱਕਾ ਵੀ ਹੈ, ਦੋਨੇ ਤਰ੍ਹਾਂ ਦਾ। ਅਤੇ ਜੇ ਤਾਂ ਹੈਗਾ ਸੰਸਾਰਕ ਗਿਆਨ, ਸੋ ਬੜਾ ਕਈਆਂ ਨੂੰ ਸ਼ੌਂਕ ਹੁੰਦਾ ਹੈ, ਤਾਂ ਕਦੀ ਕਿਸੇ ਰਾਈਟਰ ਦੀ ਕਿਤਾਬ ਲੈ ਲੈਂਦੇ ਆ, ਕਦੀ ਕਿਸੇ ਰਾਈਟਰ ਦੀ ਕਿਤਾਬ ਲੈ ਲੈਂਦੇ। ਪੜ੍ਹਨ ਦਾ ਸ਼ੌਂਕ ਹੁੰਦਾ, ਸ਼ੌਂਕ ਪੈ ਗਿਆ, ਚਾਹੀਦਾ ਤਾਂ ਸ਼ੌਂਕ ਪਾਲ ਲਿਆ ਨਾ। ਸ਼ੌਂਕ ਪਾਲਣਾ ਚਾਹੀਦਾ ਸੀ ਗੁਰਬਾਣੀ ਪੜ੍ਹਨ ਦਾ। ਔਰ ਜਿਹੜਾ ਗੁਰਬਾਣੀ ਦਾ ਸਾਡੇ ਕੋਲ ਗਿਆਨ ਹੈ, ਇਹ ਪੱਕਿਆ ਹੋਇਆ ਫਲ ਹੈ, ਪੱਕਿਆ ਹੋਇਆ ਗਿਆਨ ਹੈ, ਜਿਹਨੂੰ ਸੱਚੀ ਬਾਣੀ ਕਹਿ ਦਿੱਤਾ, ਜਿਹਨੂੰ ਬ੍ਰਹਮ ਗਿਆਨ ਕਹਿ ਦਿੱਤਾ, ਪੱਕਿਆ ਹੋਇਆ ਹੈ। ਇਹ ਸ਼ੌਂਕ ਚਾਹੀਦਾ। ਦੱਸੋ ਇਸ ਗੁਰਬਾਣੀ ਦੇ ਗਿਆਨ ਦੇ ਵਿੱਚੋਂ ਕੀ ਇਕੱਲੀ ਨਿਰੰਕਾਰ ਦੀ ਹੀ ਗੱਲ ਹੈ? ਇਹ 'ਚ ਸੰਸਾਰ ਦੀਆਂ ਵੀ ਗੱਲਾਂ ਕੀਤੀਆਂ ਹੋਈਆਂ, ਕਿਉਂਕਿ ਨਿਰੰਕਾਰ ਅਤੇ ਸੰਸਾਰ ਇੱਕੋ ਹੀ ਸਿੱਕੇ ਦੇ ਦੋ ਪਾਸੇ ਨੇ। ਜਿਹਨੇ ਸੰਸਾਰ ਨੂੰ ਸਮਝ ਲਿਆ, ਉਹਨੇ ਨਿਰੰਕਾਰ ਨੂੰ ਸਮਝ ਲਿਆ। ਜਿੱਦਾਂ ਹੁਣ ਸਰੀਰ ਹੈ ਅਤੇ ਇਹਦਾ ਅੰਤਿਸ਼ਕਰਨ ਹੈ, ਅੰਦਰਲਾ ਸਿਸਟਮ। ਜਿਸ ਨੇ ਸਰੀਰ ਦੇ ਤੱਤਾਂ ਨੂੰ ਜਾਣ ਲਿਆ, ਉਹਨੇ ਅੰਦਰਲੇ ਸਿਸਟਮ ਨੂੰ ਸਮਝ ਲੈਣਾ, ਕਿਉਂਕਿ ਸੋ ਦੋਨਾਂ ਦਾ ਸੁਮੇਲ ਆ ਨਾ। ਇਹ ਸੁਮੇਲ ਹੋਇਆ, ਮੇਲ ਹੋਇਆ, ਤਦੇ ਸਰੀਰ ਚੱਲਿਆ। ਜਾਤ ਤੋਂ ਬਿਨਾਂ ਜੋਤ ਕਿਸੇ ਕੰਮ ਦੀ ਨਹੀਂ, ਜੋਤ ਤੋਂ ਬਿਨਾਂ ਜਾਤ ਕਿਸੇ ਕੰਮ ਦੀ ਨਹੀਂ। ਸਰੀਰ ਤੋਂ ਬਿਨਾਂ ਇਹ ਮਨ ਕਿੱਥੇ ਰਹੇ? ਜੇ ਸਰੀਰ ਨਹੀਂ ਹੋਊਗਾ ਤਾਂ ਮਨ ਕਿੱਥੇ ਰਹੂਗਾ ਜੀ? ਸਰੀਰ ਹੈ ਤਾਂ ਮਨ ਹੈ, ਜੇ ਸਰੀਰ ਨਹੀਂ ਤਾਂ ਮਨ ਵੀ ਨਹੀਂ ਹੈ। ਇਸ ਸਰੀਰ ਨੂੰ ਤਰਸਦੇ ਨੇ। ਮਹਾਰਾਜ ਕਹਿੰਦੇ ਇਸ ਦੇਹੀ ਕੋ ਸਿਮਰੇ ਦੇਵ, ਸੱਚੇ ਪਾਤਸ਼ਾਹ ਕਹਿੰਦੇ ਇਸ ਸਰੀਰ ਨੂੰ ਸਿਮਰਦੇ ਨੇ, ਭਾਵ ਯਾਦ ਕਰਦੇ ਨੇ, ਮੰਗਦੇ ਨੇ। ਕੌਣ? ਦੇਵੀ ਦੇਵਤੇ ਵੀ ਮੰਗਦੇ ਨੇ। ਕਾਹਦੇ ਵਾਸਤੇ? ਕਹਿੰਦੇ ਦੇਹੀ ਮਿਲਣੀ ਹੈ ਅਤੇ ਫਿਰ ਕਿਤੇ ਜਾ ਕੇ ਜਪ ਤਪ ਹੋਣਾ। ਜੇ ਦੇਹੀ ਨਾ ਮਿਲੀ ਸੀ ਕੁਝ ਨਹੀਂ ਕਰ ਸਕਦੇ। ਜਿੱਥੇ ਟਿੱਗ ਹੈ ਟਿੱਗ ਹੈ ਬਸ। ਦੇਹੀ ਮਿਲਣਾ ਬੜਾ ਜ਼ਰੂਰੀ ਹੈ। ਸੋ ਇਸ ਕਰਕੇ ਹੁਣ ਇੱਥੇ ਜਦੋਂ ਜੋਤ ਦੀ ਗੱਲ ਹੋਈ, ਜੋਤ ਕੀ ਜਾਤ, ਜਾਤ ਕੀ ਜੋਤੀ। ਹੁਣ ਇੱਕ ਫਲ ਲੱਗਾ ਸਰੀਰ ਨੂੰ, ਇੱਕ ਫਲ ਲੱਗਾ ਬੁੱਧ ਨੂੰ। ਤਿਤ ਲਾਗੇ ਕੰਚੂਆ ਫਲ ਮੋਤੀ। ਹੁਣ ਸਰੀਰ ਨੂੰ ਜਿਹੜਾ ਫਲ ਲੱਗਾ ਔਲਾਦ ਦਾ, ਉਹ ਕੱਚਾ ਹੈ, ਉਹ ਨਸ਼ਟ ਹੁੰਦਾ ਹੈ। ਜਿਹੜਾ ਬੁੱਧੀ ਨੂੰ ਫਲ ਲੱਗਦਾ, ਉਹਨੂੰ ਕੱਚ ਵੀ ਲੱਗਦਾ ਹੈ ਅਤੇ ਉਹਨੂੰ ਮੋਤੀ ਵੀ ਲੱਗਦੇ ਨੇ। ਮੋਤੀ ਆਪਾਂ ਪੱਕਾ ਫਲ ਮੰਨ ਸਕਦੇ ਹਾਂ, ਕਿਉਂਕਿ ਗੁਰਬਾਣੀ ਦੇ ਜਿਹੜੇ ਅੱਖਰ ਨੇ, ਗੁਰਬਾਣੀ ਵਿੱਚ ਜਿਹੜਾ ਗਿਆਨ ਆ, ਇਹਦੀ ਜਿਹੜੀ ਤੁਲਨਾ ਆ ਉਹ ਮੋਤੀਆਂ ਦੇ ਨਾਲ ਕਰ ਦਿੱਤੀ। ਉਹ ਜਿਹੜੇ ਸੰਸਾਰਕ ਮੋਤੀ ਨੇ, ਸੰਸਾਰਕ ਹੀਰੇ ਲੈ ਲਓ, ਰਤਨ ਲੈ ਲਓ, ਲਾਲ ਲੈ ਲਓ, ਇਹ ਧਨ ਕੁਝ ਵੀ ਨਹੀਂ ਹੈ ਜੀ। ਇਹਨੂੰ ਸਾਰੇ ਨੂੰ ਮਿੱਟੀ ਕਹਿ ਦਿੱਤਾ, ਇਹਨੂੰ ਮਿੱਟੀ ਕਹਿ ਦਿੱਤਾ। ਪਰ ਜਿਹੜਾ ਗੁਰਬਾਣੀ ਦਾ ਗਿਆਨ ਹੈ, ਇਹਨੂੰ ਮੋਤੀ ਕਹਿ ਦਿੱਤਾ ਜੀ। ਤਦੇ ਮਹਾਰਾਜ ਕਹਿੰਦੇ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਇਹਦਾ ਸਾਗਰ ਗੁਰਬਾਣੀ ਦਾ ਭਰਿਆ ਹੋਇਆ ਰਤਨਾਂ ਦੇ ਨਾਲ। ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜ੍ਹਿਆ ਰਾਮ। ਪਰ ਬਾਣੀ ਦੇ ਨਾਲ ਲੱਗਣਾ ਪੈਣਾ, ਉਹਦੇ ਹੱਥ 'ਚ ਆ ਜਾਂਦਾ, ਉਹਨੂੰ ਮਿਲ ਜਾਂਦਾ, ਉਹਨੂੰ ਗਿਆਨ ਮਿਲ ਜਾਂਦਾ ਹੈ। ਜਿਹੜਾ ਬੁੱਧੀ ਨੂੰ ਫਲ ਲੱਗਿਆ ਪੱਕਾ, ਉਹ ਕੀ ਸੀਗਾ? ਉਹ ਗੁਰਬਾਣੀ ਦੇ ਵਿੱਚ ਜਿਹੜੇ ਗੁਣ ਨੇ, ਮੂਲ ਮੰਤਰ ਵਿੱਚ ਜਿਹੜੇ ਗੁਣ ਨੇ ਨਾ। ਚਲੋ ਸਾਰੀ ਗੁਰਬਾਣੀ ਦਾ ਸਾਨੂੰ ਨਹੀਂ ਪਤਾ ਲੱਗਦਾ, ਪਰ ਪੜ੍ਹ ਕੇ ਆਨੰਦ ਬੜਾ ਆਉਂਦਾ। ਜਿਹਨੂੰ ਮੂਲ ਮੰਤਰ ਦੇ ਵਿੱਚ ਜਿਹੜੇ ਗੁਣ ਨੇ, ਰੱਬ ਦੇ ਗੁਣ ਲਿਖੇ ਹੋਏ, ਜਿਸ ਨੂੰ ਉਸ ਦੀ ਸੋਝੀ ਆ ਗਈ, ਉਹਦਾ ਜਾਪ ਕੀਤਾ। ਜਾਪ ਕਾਹਦੇ ਵਾਸਤੇ ਕੀਤਾ? ਮੂਲ ਮੰਤਰ ਪੱਕਾ ਗਿਆਨ ਹੈ। ਮੂਲ ਮੰਤਰ ਇਹ ਮੋਤੀਆਂ ਦਾ ਗਿਆਨ ਹੈ। ਪਰ ਮੂਲ ਮੰਤਰ ਪਾ ਕੇ ਪੜ੍ਹ ਕੇ ਅਸੀਂ ਮੰਗਦੇ ਕੀ ਹੈ? ਕੱਚਾ ਗਿਆਨ। ਮੰਗਦੇ ਕੀ ਆ? ਕੱਚਾ ਫਲ। ਇਹੀ ਮੰਗਦੇ ਨਾ। ਸੋ ਜੇ ਅਸੀਂ ਮੂਲ ਮੰਤਰ ਪੜ੍ਹ ਕੇ ਜਿਹੜੇ ਮੂਲ ਮੰਤਰ ਦੇ ਵਿੱਚ ਗੁਣ ਨੇ ਉਹਨਾਂ ਨੂੰ ਹੀ ਮੰਗ ਲਈਏ ਤਾਂ ਸੌਖਾ ਨਹੀਂ ਹੈਗਾ। ਸੌਖਾ ਜਿਸ ਨੂੰ ਮੂਲ ਮੰਤਰ ਦੇ ਗੁਣਾਂ ਦਾ ਗਿਆਨ ਹੋ ਗਿਆ ਅਤੇ ਮੂਲ ਮੰਤਰ ਦੇ ਗੁਣ ਉਹਦੇ ਵਿੱਚ ਪ੍ਰਵੇਸ਼ ਕਰ ਗਏ। ਜਿੱਥੇ ਰੱਬ ਹੈ ਉੱਥੇ ਸਭ ਕੁਝ ਹੈ। ਜਿੱਥੇ ਗੁਰਬਾਣੀ ਦਾ ਗਿਆਨ ਉੱਥੇ ਸਭ ਕੁਝ ਹੈ। ਜਿੱਥੇ ਨਵਾਂ ਖਜ਼ਾਨਾ ਆ ਗਿਆ ਉੱਥੇ ਦੁਨੀਆ ਦੇ ਸਾਰੇ ਖਜ਼ਾਨੇ ਆ ਗਏ।
ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਇਹਨੂੰ ਨਵਾਂ ਖਜ਼ਾਨਾ ਆਖਿਆ। ਅਸੀਂ 9 ਨਿਧ 9 ਖਜ਼ਾਨੇ ਮੰਨ ਲੈਂਦੇ, ਫਿਰ ਸਾਡਾ ਖਿਆਲ ਦੁਨੀਆ ਦੇ ਖਜ਼ਾਨੇ ਪੱਥਰਾਂ ਵਾਲੇ ਪਾਸੇ ਚਲ ਜਾਂਦਾ ਹੈ। ਸੋ ਜਦੋਂ ਨਵਾਂ ਖਜ਼ਾਨਾ ਨਾਮ ਨੂੰ ਕਹਿ ਦਿੱਤਾ, ਇਹ ਕਲਯੁਗ ਦੇ ਵਿੱਚ ਪ੍ਰਗਟ ਕੀਤਾ ਮਹਾਰਾਜ ਬਾਣੀ ਕਹਿੰਦੀ ਅਬ ਕਲੂ ਆਇਓ ਰੇ ਇੱਕ ਨਾਮ ਬਵੋ ਬਵੋ ਮਤ ਭਰਮ ਭੂਲੋ ਭੂਲੋ ਅਨਰੁੱਤ ਨਾਹੀ। ਕਹਿੰਦੇ ਐਵੇਂ ਨਾ ਭਰਮ ਵਿੱਚ ਪੈ ਜਿਓ, ਇਹ ਕਲਯੁਗ ਦੇ ਵਿੱਚ ਨਾਮ ਦਾ ਗਿਆਨ ਪ੍ਰਗਟ ਕੀਤਾ ਵੀ ਨਾਮ ਤੋਂ ਬਿਨਾਂ ਕੁਝ ਵੀ ਨਹੀਂ। ਨਾਮ ਤੇ ਰੋ ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਰਵਿਦਾਸ ਜੀ ਕਹਿੰਦੇ, ਗੁਰੂ ਸਾਹਿਬ ਜੀ ਕਹਿੰਦੇ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਉਹ ਆ ਮੋਤੀ ਗਿਆਨ ਦੀ ਗੱਲ ਕਰਦੇ। ਇਹ ਬੁੱਧ ਨੂੰ ਲੱਗਦਾ ਹੁੰਦਾ, ਬੁੱਧ ਨੂੰ ਇਹ ਫਲ ਬੁੱਧ ਦੀ ਇੱਕ ਟਹਿਣੀ ਹੈ। ਬੁੱਧ ਇੱਕ ਟਹਿਣੀ ਹੈ ਅਤੇ ਮੂਲ ਜਿਹੜਾ ਆ ਉਹ ਮੁੱਢ ਹੈ। ਮੂਲ ਮੁੱਢ ਹੈ ਅਤੇ ਫਲ ਤਾਂ ਕਦੀ ਮੁੱਢ ਨੂੰ ਨਹੀਂ ਲੱਗਿਆ, ਫਲ ਤਾਂ ਹਮੇਸ਼ਾ ਟਹਿਣੀ ਨੂੰ ਲੱਗਦਾ ਹੁੰਦਾ ਜੀ। ਉਹ ਫਿਰ ਟਹਿਣੀ ਝੁਕ ਜਾਂਦੀ ਹੈ। ਆਪਾਂ ਕਹਿੰਦੇ ਨਾ ਮਹਾਰਾਜ ਸੱਚੇ ਪਾਤਸ਼ਾਹ ਸੋ ਕਿਰਪਾ ਕਰਿਓ ਸੋ ਸਾਨੂੰ ਸਾਡਾ ਜਿਹੜਾ ਮਨ ਨੀਵਾਂ ਰਹੇ। ਜਿੰਨਾ ਚਿਕਰ ਮਨ ਨੀਵਾਂ ਨਹੀਂ ਹੁੰਦਾ ਇਸ ਬੁੱਧ ਨੂੰ ਫਲ ਨਹੀਂ ਕਦੀ ਲੱਗ ਸਕਦਾ। ਮਨ ਨੀਵਾਂ ਹੋਊਗਾ ਬੁੱਧ ਨੂੰ ਫਲ ਲੱਗ ਜਾਂਦਾ ਜੀ, ਜਦੋਂ ਮਨ ਨੀਵਾਂ ਹੋਊਗਾ। ਸੋ ਜਿਵੇਂ ਸਵੇਰ ਦੀ ਕਥਾ ਵਿੱਚ ਆਪਾਂ ਸਰਵਣ ਕੀਤਾ, ਮਹਾਰਾਜ ਕਹਿੰਦੇ ਸਰਮ ਪਾਣੀ ਤਨ ਖੇਤ। ਹੁਣ ਇਹ ਜਿਹੜਾ ਫਲ ਵੀ ਤਾਂ ਸਾਨੂੰ ਸਰੀਰ ਰੂਪ ਖੇਤ ਵਿੱਚੋਂ ਹੀ ਪੈਦਾ ਕਰਨਾ ਪੈਣਾ, ਅਤੇ ਪਾਣੀ ਸ਼ਰਮ ਦਾ ਦੇਣਾ ਪੈਣਾ। ਮਾੜੇ ਕੰਮਾਂ ਤੋਂ ਸੰਗਣਾ ਹੁੰਦਾ। ਜਿਹੜਾ ਮਾੜਾ ਕੰਮ ਆ ਨਾ, ਜਦੋਂ ਕਿਸੇ ਚੀਜ਼ ਤੋਂ ਸੰਗਦੇ ਫਿਰ ਆਪਾਂ ਕਰਦੇ ਨਹੀਂ, ਉਸ ਨੂੰ ਸ਼ਰਮ ਆਉਂਦੀ ਹੈ। ਮਾੜੇ ਕੰਮਾਂ ਤੋਂ ਸੰਗਾਂਗੇ ਉਹ ਫਿਰ ਪਾਣੀ ਮਿਲੀ ਜਾਣਾ, ਫਿਰ ਇਹ ਜਿਹੜਾ ਬੂਟਾ ਵਧੀ ਜਾਣਾ। ਜਿਹੜੀ ਨਾਮ ਦੀ ਖੇਤੀ ਜੋ ਕਰਦੇ ਪਏ ਨਾ ਵਧੀ ਜਾਣੀ। ਬੁੱਧੀ ਨੂੰ ਮੋਤੀਆਂ ਦਾ ਫਲ ਲੱਗਣਾ ਬੜਾ ਜ਼ਰੂਰੀ ਆ, ਫੇਰ ਗੱਲ ਬਣਨੀ ਹੈ। ਕਹਿੰਦੇ ਜਦੋਂ ਆਪਾਂ ਬੁੱਧੀ ਨੂੰ ਫਲ ਲੱਗਣਾ ਸ਼ੁਰੂ ਹੋ ਜਾਂਦਾ ਕਿ ਭਾਈ ਸਾਨੂੰ ਇਹ ਗਿਆਨ ਹੋ ਜਾਣਾ ਕਿ ਆਇਓ ਸੁਣ ਪੜ੍ਹਨ ਕੋ ਬਾਣੀ। ਬੁੱਧੀ ਨੂੰ ਫਲ ਲੱਗ ਗਿਆ, ਸਾਨੂੰ ਗਿਆਨ ਹੋ ਗਿਆ, ਬੁੱਧੀ ਨੂੰ ਗਿਆਨ ਹੋ ਗਿਆ। ਭਈ ਪ੍ਰਾਪਤ ਮਾਨਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਗਿਆਨ ਹੋ ਗਿਆ ਨਾ, ਫਲ ਲੱਗ ਗਿਆ। ਕਹਿੰਦੇ ਮਾਨਸ ਜਨਮ ਦੁਲੰਭ ਹੈ ਹੋਤ ਨਾ ਬਾਰੰਬਾਰ। ਗਿਆਨ ਹੋ ਗਿਆ। ਦਿਨ ਤੇ ਪਹਿਰ ਪਹਿਰ ਤੇ ਕਰੀਆਂ ਆਪ ਘਟੈ ਤਨ ਸੀਜਿਆ। ਗਿਆਨ ਹੋ ਗਿਆ। ਪਿਆ ਵੀ ਨਾ ਕਿਤੇ ਸੋ ਮਨ ਵਿੱਚ ਸੋਚਿਆ ਜਦੋਂ ਬੁੱਢਾ ਹੋਵਾਂਗਾ ਸਾਰੇ ਕੰਮ ਨਿਬੇੜ ਕੇ ਅਤੇ ਫਿਰ ਅੰਮ੍ਰਿਤ ਛਕ ਕੇ ਤਾਂ ਪਾਠ ਕਰਨਾ ਸ਼ੁਰੂ ਕਰ ਦੇਵਾਂਗੇ। ਭਾਈ ਇੱਥੇ ਤਾਂ ਇੱਕ ਸਵਾਸ ਦਾ ਨਹੀਂ ਪਤਾ। ਅਹਮ ਆਦਮੀ ਹੈ, ਇੱਕਦਮ ਹੀ ਗਿਆਨ ਹੋ ਗਿਆ, ਪਤਾ ਲੱਗ ਗਿਆ ਨਾ। ਸੋ ਇਹ ਗਿਆਨ ਹੋਣਾ ਬੜਾ ਜ਼ਰੂਰੀ। ਸਭ ਤੋਂ ਪਹਿਲਾਂ ਤਾਂ ਬੁੱਧੀ ਨੂੰ ਤੱਤਾਂ ਦਾ ਗਿਆਨ ਚਾਹੀਦਾ, ਸਰੀਰ ਦਾ ਗਿਆਨ ਚਾਹੀਦਾ। ਫਿਰ ਇਹਨੂੰ ਗਿਆਨ ਹੋਣਾ ਚਾਹੀਦਾ ਵੀ ਹਾਂ ਆਏ ਕਾਹਦੇ ਵਾਸਤੇ, ਸਰੀਰ ਮਿਲਿਆ ਕਾਹਦੇ ਵਾਸਤੇ, ਕੀ ਪਰਪਸ ਹੈ। ਜਦੋਂ ਗਿਆਨ ਹੋ ਗਿਆ ਤਾਂ ਫਿਰ ਇਹ ਬੁੱਧੀ ਚੱਲੇਗੀ, ਫਿਰ ਉਹ ਫਲ ਲੱਗਣਾ ਸ਼ੁਰੂ ਹੋ ਜਾਣੇ। ਪਹਿਲਾਂ ਤਾਂ ਕੱਚਾ ਗਿਆਨ ਲੱਗਿਆ ਵੀ ਆਪਾਂ ਕਾਹਦੇ ਵਾਸਤੇ ਆਏ ਹਾਂ, ਇਹ ਕੱਚਾ ਹੀ ਹੈ ਸਾਰਾ। ਅਤੇ ਜਦੋਂ ਫਿਰ ਉਹ ਗੁਰਬਾਣੀ ਵਾਲੇ ਗੋੜੇ ਨੂੰ ਮਿਲਣੇ ਸ਼ੁਰੂ ਹੋ ਜਾਂਦੇ ਆ ਅਤੇ ਉਹ ਗਿਆਨ ਪੱਕਾ, ਉਹ ਮੋਤੀਆਂ ਦਾ ਫਲ ਮਿਲਣਾ ਸ਼ੁਰੂ ਹੋ ਜਾਂਦੇ। ਕਹਿੰਦੇ ਲੱਗਣਾ ਇਸ ਸਰੀਰ ਰੂਪ ਜਾਤ ਦੇ ਵਿੱਚ ਜਿਹੜੀ ਬੁੱਧੀ ਦੀ ਟਹਿਣੀ ਹੈ, ਇਸ ਟਹਿਣੀ ਨੂੰ ਹੀ ਕਹਿੰਦੇ ਮੋਤੀਆਂ ਦਾ ਫਲ ਲੱਗਣਾ। ਕਹਿੰਦੇ ਇਸ ਕਰਕੇ ਸਾਨੂੰ ਮਾਹੌਲ ਬਣਾਉਣਾ ਪੈਂਦਾ, ਸੰਗਤ ਕਰਨੀ ਪੈਂਦੀ ਹੈ। ਸੰਗਤ ਕਰਾਂਗੇ ਅਤੇ ਫਿਰ ਹੀ ਸਾਡੀ ਸੋ ਬੁੱਧ ਵਿੱਚ ਪ੍ਰਕਾਸ਼ ਹੋਣਾ, ਤਾਂ ਬੁੱਧ 'ਚ ਪ੍ਰਕਾਸ਼ ਨਹੀਂ ਹੁੰਦਾ। ਕਹਿੰਦੇ ਤਿਤ ਲਾਗੇ ਕੰਚੂਆ ਫਲ ਮੋਤੀ। ਅਗਲੀ ਗੱਲ ਕਬੀਰ ਸਾਹਿਬ ਜੀ ਕਹਿੰਦੇ ਕਵਨ ਸੋ ਘਰ ਜੋ ਨਿਰਭਉ ਕਹੀਆ। ਇੱਥੇ ਹੁਣ ਘਰ ਦੀ ਗੱਲ ਕੀਤੀ। ਉਹ ਜਦੋਂ ਗੁਰਬਾਣੀ ਵਿੱਚ ਘਰ ਸ਼ਬਦ ਆਇਆ, ਘਰ ਦੇ ਕਈ ਅਰਥ ਬਣਦੇ ਨੇ। ਮਹਾਰਾਜ ਕਹਿੰਦੇ ਸੋਰਠ ਮਹੱਲਾ ਪਹਿਲਾ ਘਰ ਪਹਿਲਾ, ਘਰ ਦੂਜਾ, ਘਰ ਤੀਜਾ। ਜਿੱਥੇ ਰਾਗ ਲਿਖ ਦਿੱਤਾ ਉੱਥੇ ਘਰ ਲਿਖਦੇ ਨੇ ਮਹਾਰਾਜ ਬਾਦਸ਼ਾਹ ਜੀ। ਘਰ ਦਾ ਅਰਥ ਉੱਥੇ ਤਾਲ ਹੁੰਦਾ ਹੈ ਵੀ ਕਿਸ ਤਾਲ ਵਿੱਚ ਸ਼ਬਦ ਦਾ ਗਾਇਨ ਕੀਤਾ ਜਾਵੇਗਾ। ਜੇ ਘਰ ਨਹੀਂ ਲਿਖਿਆ ਇਹਦਾ ਮਤਲਬ ਪਿੱਛੋਂ ਚੈੱਕ ਕਰ ਲਓ ਕਿੱਥੋਂ ਘਰ ਲਿਖਿਆ, ਫਿਰ ਉਸੇ ਘਰ ਵਿੱਚ ਸਾਰੇ ਸ਼ਬਦ ਪੜ੍ਹ ਹੁੰਦੇ ਹੈ। ਪਰ ਇੱਥੇ ਘਰ ਦਾ ਅਰਥ ਜਿਹੜਾ ਅਵਸਥਾ ਆਵੇਗਾ। ਅਵਸਥਾ ਘਰ ਸਰੀਰ ਨੂੰ ਕਹਿੰਦੇ ਹੈ, ਘਰ ਹਿਰਦੇ ਨੂੰ ਕਹਿੰਦੇ ਹੈ, ਅਤੇ ਘਰ ਸੋ ਇੱਕ ਹਿੱਸੇ ਨੂੰ ਕਹਿੰਦੇ, ਇੱਕ ਪਾਰਟ ਨੂੰ ਘਰ ਕਹਿੰਦੇ ਹੈ। ਪਰ ਇੱਥੇ ਜਿਹੜਾ ਘਰ ਹੈ ਉਹ ਬਣਨੀ ਆ ਅਵਸਥਾ। ਅਵਸਥਾ ਹੁਣ ਜਿੱਦਾਂ ਤਿੰਨਾਂ ਗੁਣਾਂ ਦੇ ਵਿੱਚ ਅਵਸਥਾ ਜਦੋਂ ਚੱਲਦੀ ਹੈ, ਤਿੰਨਾਂ ਗੁਣਾਂ ਦੇ ਵਿੱਚ ਅਵਸਥਾ ਜਦੋਂ ਹੁੰਦੀ ਹੈ ਉਸ ਵੇਲਾ ਆਪਾਂ ਨਿਰਭਉ 'ਚ ਨਹੀਂ ਹੁੰਦੇ। ਨਿਰਭਉ 'ਚ ਨਹੀਂ। ਤਿੰਨਾਂ ਗੁਣਾਂ ਵਿੱਚ ਰਜੋ ਤਮੋ ਸਤੋ, 3 ਗੁਣ ਹੈ। ਤਿੰਨਾਂ ਗੁਣਾਂ 'ਚ ਸਾਰਾ ਸੰਸਾਰ ਭਟਕਦਾ ਫਿਰਦਾ, ਕਦੀ ਰਜੋ 'ਚ ਆ, ਤਮੋ 'ਚ ਆ, ਸਤੋ 'ਚ ਆ, ਅਤੇ ਤਿੰਨੇ ਗੁਣ ਇਹਦੇ ਵਿੱਚ ਮੌਜੂਦ ਹੁੰਦੇ ਨੇ। ਤਿੰਨਾਂ ਅਵਸਥਾਵਾਂ ਦੇ ਵਿੱਚ ਇਹ ਭਟਕਦਾ ਪਿਆ। ਉੱਥੇ ਕਦੀ ਵੀ ਨਿਰਭਉ ਹੋ ਹੀ ਨਹੀਂ ਸਕਦਾ। ਸਾਰਾ ਸੰਸਾਰ ਡਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਪਿਆ।
ਕਿਸੇ ਨੂੰ ਕਿਸੇ ਕਿਸਮ ਦਾ ਡਰ ਹੈ, ਕਿਸੇ ਨੂੰ ਕਿਸੇ ਕਿਸਮ ਦਾ ਡਰ ਹੈ। ਕੋਈ ਐਸਾ ਦਿਨ ਹੋਵੇ ਜਿੱਦਣ ਸਾਡਾ ਦਿਨ ਡਰ ਤੋਂ ਰਹਿਤ ਹੋਵੇ, ਕੋਈ ਐਸੀ ਰਾਤ ਹੋਵੇ ਜਦੋਂ ਸਾਡੀ ਰਾਤ ਡਰ ਤੋਂ ਰਹਿਤ ਬਤੀਤ ਹੋਈ ਹੋਵੇ। ਡਰ ਬਣਿਆ ਰਹਿੰਦਾ, ਡਰ ਦੇ ਮਾਰੇ ਅਸੀਂ ਬੰਦਗੀ ਕਰਦੇ ਹਾਂ, ਡਰ ਦੇ ਮਾਰੇ ਗੁਰੂ ਦੇ ਕੋਲ ਆਉਂਦੇ ਹਾਂ। ਜਿਸ ਦਿਨ ਗੁਰੂ ਦੀ ਬੰਦਗੀ ਕੀਤੀ, ਗੁਰੂ ਕੋਲ ਆਏ ਤੇ ਮਨ ਵਿੱਚ ਡਰ ਨਹੀਂ ਸਗੋਂ ਪਿਆਰ ਹੈ, ਸਮਝ ਲਓ ਆਪਾਂ ਸਫਲ ਹੋ ਗਏ ਜੀ। ਉਸ ਵੇਲੇ ਇਹ ਹੁੰਦਾ ਵੀ ਜਿੱਦਾਂ ਗੋਦੀ ਵਿੱਚ ਬਹਿ ਗਿਆ। ਜਿਹੜਾ ਗੋਦੀ ਵਾਲਾ ਬੱਚਾ ਉਹਨੂੰ ਦੱਸੋ ਕਾਹਦਾ ਡਰ ਹੈ ਜੀ? ਉਹਨੂੰ ਤਾਂ ਕੋਈ ਡਰ ਹੀ ਨਹੀਂ ਹੈਗਾ ਜਿਹੜਾ ਗੋਦੀ ਦੇ ਵਿੱਚ ਹੈ। ਸੋ ਠੀਕ ਇਸੇ ਤਰ੍ਹਾਂ ਜਦੋਂ ਸਾਰੇ ਡਰ ਖਤਮ ਹੋ ਜਾਂਦੇ ਨੇ, ਇਹਨੂੰ ਫਿਰ ਗੁਰੂ ਦੀ ਗੋਦ ਨਸੀਬ ਹੁੰਦੀ। ਆਪਾਂ ਕਹਿ ਤਾਂ ਦਿੰਦੇ ਆਪਾਂ ਗੁਰੂ ਦੀ ਗੋਦ ਵਿੱਚ ਬੈਠੇ ਹਾਂ, ਅਜੇ ਤਾਂ ਸੰਕਲਪ ਹੈ। ਸੰਗਤ ਵਿੱਚ ਬੈਠੇ ਜੇ ਇੱਕ ਸੰਕਲਪ ਲੈਂਦੇ ਆਪਾਂ। ਸੰਕਲਪ ਕੀ ਆ? ਵੀ ਸੰਗਤ ਵਿੱਚ ਬੈਠ ਕੇ ਗੁਰੂ ਕੀ ਗੋਦ ਹੈ, ਇਹ ਤਾਂ ਸੰਕਲਪ ਹੋ ਗਿਆ ਨਾ। ਪਰ ਡਰ ਤਾਂ ਹੈ। ਜਿੰਨਾ ਚਿਕਰ ਡਰ ਹੈ ਉਨਾ ਚਿਕਰ ਗੁਰੂ ਦੀ ਗੋਦ ਨਹੀਂ ਹੈ। ਜਦੋਂ ਡਰ ਖਤਮ ਹੋ ਗਿਆ ਉਹਨੂੰ ਗੁਰੂ ਦੀ ਗੋਦ ਕਿਹਾ ਜਾਂਦਾ ਵੀ ਗੁਰੂ ਦੀ ਗੋਦ ਹੈ। ਹੁਣ ਘਰ ਅਵਸਥਾ ਨੂੰ ਕਹਿ ਦਿੱਤਾ। ਕਹਿੰਦੇ ਕਬੀਰ ਸਾਹਿਬ ਜੀ ਕਹਿੰਦੇ ਕਵਨ ਸੋ ਘਰ ਜੋ ਨਿਰਭਉ ਕਹੀ ਹੈ। ਉਹ ਕਿਹੜੀ ਅਵਸਥਾ ਹੈ ਜਿੱਥੇ ਜਾ ਕੇ ਡਰ ਖਤਮ ਹੋ ਜਾਂਦਾ ਹੈ? ਉਹ ਅਵਸਥਾ ਆ ਜਦੋਂ ਅਸੀਂ ਪਰਮ ਪਦ ਨੂੰ ਜਾਈਦਾ, ਜਿਹਨੂੰ ਤੁਰੀਆ ਅਵਸਥਾ ਕਿਹਾ ਜਾਂਦਾ ਹੈ ਜੀ। ਜਦੋਂ ਮਨ ਦੇ ਵਿੱਚ ਕੋਈ ਸੰਕਲਪ ਹੀ ਪੈਦਾ ਨਹੀਂ ਹੁੰਦਾ। ਜਦ ਮਨ ਵਿੱਚ ਸੰਕਲਪ ਹੀ ਪੈਦਾ ਨਹੀਂ ਤਾਂ ਮਤਲਬ ਸਮਰਪਣ ਹੋ ਗਿਆ ਨਾ। ਸਮਰਪਣ ਕਰ ਦਿੱਤਾ ਵੀ ਜੋ ਕਹਿ ਦਿੱਤਾ ਮੈਂ ਕਰ ਦੇਣਾ। ਵੀ ਭਗਤਾਂ ਨੇ ਆਪਣਾ ਆਪ ਸਮਰਪਣ ਹੀ ਕੀਤਾ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੀਆ ਪਾਈਐ। ਜਦ ਮਨ 'ਚ ਫੁਰਨਾ ਨਹੀਂ ਆਉਣਾ, ਜੇ ਫੁਰਨਾ ਆਇਆ ਵੀ ਤਾਂ ਕਬੀਰ ਸਾਹਿਬ ਨੇ ਮਨ ਨੂੰ ਰੋਕ ਦਿੱਤਾ, ਨਹੀਂ ਫੁਰਨਾ ਨਹੀਂ ਲੈ ਕੇ ਆਉਣਾ। ਕਿਉਂ? ਕਹਿੰਦੇ ਆਪਣਾ ਚਿਤਵਿਆ ਹਰ ਕਰੇ ਜੋ ਮੇਰੇ ਚਿਤ ਨਾ ਹੋਏ। ਉਹ ਜਦ ਉਹਨੇ ਕਰਨਾ ਹੀ ਆਪਣਾ ਚਿਤਵਿਆ ਤੇ ਮੈਂ ਕਿਉਂ ਆਪਣੇ ਮਨ ਵਿੱਚ ਕੋਈ ਗੱਲ ਲੈ ਕੇ ਆਵਾਂ? ਉਹ ਸਮਰਪਣ ਕਰ ਦਿੱਤਾ ਵੀ ਜੋ ਕਹਿਤਾ ਉਹ ਕਰ ਦੇਣਾ। ਤੇ ਇਹ ਨਾ ਅੰਦਰਲਾ ਸਿਸਟਮ ਇੰਨਾ ਕੁ ਨੇੜੇ ਵਾਲਾ ਹੋ ਜਾਂਦਾ, ਬੋਲਣਾ ਕੁਝ ਹੈ ਨਹੀਂ। ਦੇਖੋ ਸੋ ਜਦੋਂ ਭਗਤਾਂ ਦਾ ਸਿਸਟਮ ਹੁੰਦਾ ਹੈ, ਰੱਬ ਵੱਲੋਂ ਉਹਨੂੰ ਹੁਕਮ ਹੋ ਰਿਹਾ, ਉਹਨੂੰ ਸੁਣ ਪਿਆ ਤੇ ਕਿਸੇ ਨੂੰ ਦਿਖਦਾ ਕੋਈ ਨਹੀਂ ਵੀ ਰੱਬ ਕਿੱਥੇ ਇਹਦੇ ਕੋਲ, ਰੱਬ ਕਦੋਂ ਬੋਲਿਆ। ਇਹਦਾ ਮਤਲਬ ਕਿੰਨੀ ਕੁ ਨੇੜਤਾ ਹੋਵੇਗੀ। ਆਪਾਂ ਜਦੋਂ ਕਿਸੇ ਨੂੰ ਗੱਲ ਕਹਿਣੀ ਵੀ ਕੰਨ 'ਚ ਕਹਿੰਦੇ ਨਾ, ਦੇ ਕੰਨ ਸੁਣੋ ਅਰਦਾਸ ਜੀਓ। ਕੰਨ 'ਚ ਕਹਿੰਦੇ ਵੀ ਜਿਹੜਾ ਆਲੇ ਦੁਆਲੇ ਬੈਠੇ ਉਹਨੂੰ ਨਾ ਸੁਣੇ, ਕੰਨ 'ਚ ਕਹਿੰਦੇ। ਅਤੇ ਇਹਦਾ ਮਤਲਬ ਜਿਹੜੀ ਰੱਬ ਦੇ ਨਾਲ ਭਗਤ ਦੀ ਗੱਲਬਾਤ ਹੁੰਦੀ ਉਹ ਤਾਂ ਕੰਨ ਤੋਂ ਵੀ ਅੱਗੇ ਜਾ ਕੇ ਆਵੇ। ਉਹ ਕੰਨ ਤੋਂ ਵੀ ਨਾ ਸਾਨੂੰ ਦਿਸਦਾ ਪਿਆ, ਨਾ ਕੋਈ ਬੋਲ ਸੁਣਦਾ ਪਿਆ, ਭਗਤ ਨੂੰ ਉਹ ਦਿਸਦਾ ਵੀ ਪਿਆ, ਭਗਤ ਨੂੰ ਉਸ ਦਾ ਬੋਲ ਵੀ ਸੁਣਦਾ ਪਿਆ, ਅਤੇ ਤਦੇ ਭਗਤ ਹੁਕਮ ਵਿੱਚ ਚੱਲਦਾ ਪਿਆ। ਕੀ ਐਸੀ ਅਵਸਥਾ ਹੋ ਜਾਂਦੀ ਹੈ? ਕਹਿੰਦੇ ਹਾਂ, ਇਹ ਅਵਸਥਾ ਆ। ਇਹ ਅਵਸਥਾ ਆ ਜਿੱਦਾਂ ਆਪਾਂ ਸੁਪਨੇ ਦੇ ਵਿੱਚ ਜੋ ਦ੍ਰਿਸ਼ ਦੇਖਦੇ, ਨਾਲ ਦੇ ਨੂੰ ਕੁਝ ਨਹੀਂ ਪਤਾ, ਭਾਵੇਂ ਸਾਡੇ ਨਾਲ ਹੀ ਕੋਈ ਸੁੱਤਾ ਹੋਇਆ ਨਾ, ਪਰ ਜੋ ਸੁਪਨਾ ਮੈਂ ਵੇਖਦਾ ਮੈਂ ਹੀ ਉਹ ਵੇਖਦਾ, ਨਾਲ ਦੇ ਨੂੰ ਕੁਝ ਨਹੀਂ ਪਤਾ। ਸੋ ਠੀਕ ਇਸੇ ਤਰ੍ਹਾਂ ਇੱਕ ਅਵਸਥਾ ਆ, ਉਹ ਪਰਮ ਪਦ ਦੀ ਅਵਸਥਾ। ਜਦੋਂ ਤਿੰਨਾਂ ਗੁਣਾਂ ਤੋਂ ਉੱਪਰ ਉੱਠਦਾ, ਉਹ ਰਾਜਗੁਣ, ਤਮਗੁਣ, ਸਤਗੁਣ, ਇਹ ਤੋਂ ਉੱਪਰ ਉੱਠਿਆ ਪਰਮ ਪਦ ਦੀ ਅਵਸਥਾ ਹੋ ਗਈ। ਉਹਨੂੰ ਅਫੁਰ ਅਵਸਥਾ ਕਿਹਾ ਜਾਂਦਾ, ਜਿੱਥੇ ਫੁਰਨਾ ਕੋਈ ਨਹੀਂ। ਜਦ ਫੁਰਨਾ ਹੀ ਕੋਈ ਨਹੀਂ ਤਾਂ ਡਰ ਕੋਈ ਨਹੀਂ। ਜਦੋਂ ਫੁਰਨਾ ਪੈਦਾ ਹੁੰਦਾ ਡਰ ਵੀ ਉਦੋਂ ਪੈਦਾ ਹੁੰਦਾ। ਫੁਰਨਾ ਕਦੋਂ ਪੈਦਾ ਹੁੰਦਾ? ਉੱਥੇ ਭਗਤ ਜੀ ਦਾ ਸ਼ਬਦ ਆਉਂਦਾ, ਕਹਿੰਦੇ ਅਨਲ ਅਗਮ ਜੈਸੇ ਲਹਿਰ ਮੈਂ ਉਦਦ। ਜਦੋਂ ਹਵਾ ਚੱਲੀ, ਹਵਾ ਦਾ ਜਿਹੜਾ ਸਪਰਸ਼ ਪਾਣੀ ਦੇ ਨਾਲ ਹੋਇਆ, ਉਹਦੇ ਨਾਲ ਲਹਿਰ ਪੈਦਾ ਹੋ ਗਈ। ਸੋ ਮਨ ਦਾ ਵੇਗ ਰੁਕਦਾ ਨਹੀਂ, ਮਨ ਹਵਾ ਆ। ਮਨ ਉਹ ਜਦੋਂ ਇਹ ਚੱਲਿਆ, ਇਹਦੇ 'ਚੋਂ ਲਹਿਰ ਪੈਦਾ ਹੋ ਗਈ, ਫੁਰਨਾ ਪੈਦਾ ਹੋ ਗਿਆ। ਜਿਸ ਦਿਨ ਮਨ ਰੁਕੇਗਾ ਉਦੋਂ ਇਹਦੇ ਵਿੱਚ ਫੁਰਨੇ ਪੈਦਾ ਹੋਣੇ ਬੰਦ ਹੁੰਦੇ। ਸੋ ਮਨ ਨੇ ਰੁਕਣਾ ਉਦੋਂ ਹੈ, ਅਤੇ ਜਦੋਂ ਇਸ ਨੂੰ ਗੁਰਬਾਣੀ ਦਾ ਗਿਆਨ ਮਿਲਣਾ, ਕੋਈ ਚੰਗੀ ਚੀਜ਼ ਮਿਲ ਜੇ, ਲੱਭਦਾ ਤਾਂ ਚੰਗਾ ਹੀ ਹੈ ਨਾ। ਜਿੱਦਾਂ ਜਿਉਂ ਕਸਤੂਰੀ ਮਿਰਗ ਨਾ ਜਾਣੇ ਭਰਮ ਦਾ ਭਰਮ ਭੁਲਾਇਆ। ਜਿਹੜਾ ਕਸਤੂਰੀ ਵਾਲਾ ਹਿਰਨ ਹੁੰਦਾ ਨਾ, ਇੱਕ ਜਗ੍ਹਾ ਠਹਿਰਦਾ ਨਹੀਂ, ਭੱਜੀ ਜਾਂਦਾ, ਦੌੜੀ ਜਾਂਦਾ। ਉਹ ਲੱਭਦਾ ਕੀ ਹੈ? ਕਸਤੂਰੀ ਲੱਭਦਾ। ਉਹ ਕਸਤੂਰੀ ਲੱਭਦਾ ਹੁੰਦਾ। ਹੁਣ ਕਸਤੂਰੀ ਉਹਦੀ ਨਾਭੀ 'ਚ ਹੈ। ਮਨ ਕਿਉਂ ਦੌੜਦਾ ਪਿਆ? ਮਨ ਵੀ ਰੱਬ ਨੂੰ ਲੱਭਦਾ, ਮਨ ਉਹ ਰੱਬੀ ਗਿਆਨ ਨੂੰ ਲੱਭਦਾ। ਨਾਮ ਮਨ ਜਿਹੜਾ ਉਹ ਫੁਰ ਅਵਸਥਾ ਨੂੰ ਲੱਭਦਾ, ਜਦੋਂ ਵਿੱਚੋਂ ਫੁਰਨਾ ਨਹੀਂ ਨਾ ਪੈਦਾ ਹੋਵੇ। ਅਤੇ ਉਹ ਜਿਹੜੀ ਫੁਰ ਅਵਸਥਾ ਹੈ, ਇਹਨੂੰ ਅਜੇ ਗਿਆਨ ਨਹੀਂ, ਇਹਨੂੰ ਪਤਾ ਨਹੀਂ ਵੀ ਇਹ ਚੌਥੇ ਪਦ 'ਚੋਂ ਮਿਲਣੀ ਹੈ। ਇਹ ਤਿੰਨਾਂ ਗੁਣਾਂ 'ਚ ਭਟਕੀ ਜਾਂਦਾ ਵੀ ਰਾਜ 'ਚੋਂ ਮਿਲੂ, ਤਮ 'ਚੋਂ ਮਿਲੂ, ਸੱਤ 'ਚੋਂ ਮਿਲੂ। ਸੋ ਇਹ ਤਿੰਨਾਂ ਗੁਣਾਂ 'ਚੋਂ ਲੱਭਦਾ। ਤਿੰਨਾਂ ਗੁਣਾਂ ਦੇ ਵਿੱਚੋਂ ਕਦੀ ਵੀ ਅਫੁਰ ਅਵਸਥਾ ਨਹੀਂ ਲੱਭ ਸਕਦੀ। ਇਹ ਜਦੋਂ ਇਹਨੇ ਚੌਥੇ 'ਚ ਜਾਣਾ ਨਾ, ਫਿਰ ਅਫੁਰ ਅਵਸਥਾ ਨੂੰ ਲੱਭ ਜਾਂਦੀ ਹੈ। ਉਹ ਕਵਨ ਸੋ ਘਰ, ਉਹ ਅਫੁਰ ਅਵਸਥਾ ਹੈ। ਕਬੀਰ ਸਾਹਿਬ ਜੀ ਕਹਿੰਦੇ ਜੋ ਨਿਰਭਉ ਕਹੀ ਹੈ, ਜਿੱਥੇ ਜਾ ਕੇ ਮੈਂ ਕਹਿ ਸਕਦਾ ਮੈਨੂੰ ਹੁਣ ਕਿਸੇ ਚੀਜ਼ ਦਾ ਕੋਈ ਡਰ ਨਹੀਂ। ਹੁਣ ਗੁਰੂ ਤੇਗ ਬਹਾਦਰ ਮਹਾਰਾਜ ਦਾ ਬਚਨ ਆਉਂਦਾ ਨਾ,
ਕਹਿੰਦੇ ਭੈ ਕਾਹੂ ਕੋ ਦੇਤ ਨਹਿ, ਡਰ ਦੀ ਗੱਲ ਕਰਦੇ ਨਾ ਜੀ, ਡਰ ਬੜੀ ਵੱਡੀ ਚੀਜ਼ ਹੈ। ਕਹਿੰਦੇ ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨਰੇ ਮਨਾ ਗਿਆਨੀ ਤਾਹੇ ਬਖਾਨ। ਆ ਫਲ ਦੀ ਗੱਲ ਹੋ ਗਈ ਨਾ, ਬੁੱਧੀ ਨੂੰ ਫਲ ਲੱਗ ਗਿਆ ਗਿਆਨ ਦਾ, ਮੋਤੀਆਂ ਦਾ ਫਲ ਲੱਗ ਗਿਆ, ਉੱਥੇ ਡਰ ਹੈ ਨਹੀਂ। ਹੁਣ ਉੱਥੇ ਕੋਈ ਡਰ ਨਹੀਂ। ਕਿਉਂ? ਕਿਉਂਕਿ ਉਹ ਹੁਕਮ ਦੇ ਵਿੱਚ ਆ ਗਿਆ, ਉਸਨੇ ਸਵੀਕਾਰ ਕਰ ਲਿਆ ਜੋ ਕੁਝ ਹੋ ਰਿਹਾ ਤੇਰੇ ਹੁਕਮ ਦੇ ਵਿੱਚ ਹੁੰਦਾ ਪਿਆ, ਤੇਰੇ ਹੁਕਮ ਤੋਂ ਬਿਨਾਂ ਕੁਝ ਨਹੀਂ ਹੁੰਦਾ ਪਿਆ। ਸੋ ਹੁਣ ਇਸ ਅਵਸਥਾ 'ਚ ਆ ਗਿਆ। ਕਹਿੰਦੇ ਸਵਨ ਕਵਨ ਸੋ ਘਰ ਜੋ ਨਿਰਭਉ ਕਹੀਏ। ਅਗਲੀ ਬਾਤ ਕਰਦੇ ਨੇ, ਕਹਿੰਦੇ ਭਉ ਭਜ ਜਾਏ ਅਭੈ ਹੋਏ ਰਹੀਐ। ਡਰ ਦੌੜ ਗਿਆ ਤੇ ਅਭੈ ਅਵਸਥਾ ਦੇ ਵਿੱਚ ਆ ਗਿਆ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ ਨਾ, ਸਤਿਗੁਰ ਸੱਚੇ ਪਾਤਸ਼ਾਹ ਆਉਂਦੇ ਨੂੰ ਹੀ ਸੋ ਅਭੈ ਦਾਨ ਦਿਓ, ਉਹਨੂੰ ਜਿਹੜਾ ਨਿਰਭੈ ਦਾ ਦਾਨ ਦੇ ਦਿੰਦਾ। ਜਦੋਂ ਪਰ ਨਾਨਕ ਗਰੀਬ ਢਹਿ ਪਿਆ ਦੁਆਰਾ, ਜਦੋਂ ਢਹਿ ਪੈਂਦਾ ਨਾ ਦੁਆਰੇ 'ਤੇ, ਉਸੇ ਵਕਤ ਮਹਾਰਾਜ ਜੀ ਅਭੈ ਪਦ ਦਾ ਦਾਨ ਦੇ ਦਿੰਦੇ ਆ। ਜਦੋਂ ਸ਼ਰਨ ਵਿੱਚ ਹੀ ਆ ਗਿਆ ਤੇ ਫਿਰ ਹੁਣ ਡਰ ਕਾਹਦਾ? ਫਿਰ ਕੋਈ ਡਰ ਨਹੀਂ ਰਹਿ ਜਾਂਦਾ। ਤਾਂ ਜੇ ਅਸੀਂ ਮੱਥਾ ਟੇਕਣਾ, ਖੈਰ ਮੱਥਾ ਟੇਕਣਾ ਪੁੰਨ ਤਾਂ ਬਣਦੇ ਆ। ਗੁਰੂ ਸਾਹਿਬ ਜੀ ਨੂੰ ਮੱਥਾ ਟੇਕੋ, ਗੁਰੂ ਗ੍ਰੰਥ ਸਾਹਿਬ ਜੀ ਹਾਜ਼ਰ ਨਾਜ਼ਰ ਹੈ, ਪੁੰਨ ਬਣਨਗੇ। ਅਭੈ ਅਵਸਥਾ ਨਹੀਂ ਮਿਲਦੀ, ਨਹੀਂ ਮਿਲ ਸਕਦੀ। ਅਭੈ ਅਵਸਥਾ ਉਦੋਂ ਮਿਲਣੀ ਜਦੋਂ ਮੱਥਾ ਟੇਕਿਆ ਉੱਠਦਾ ਹੀ ਨਹੀਂ। ਸੋ ਭਾਵ ਸਮਰਪਣ ਕਰ ਦਿੱਤਾ, ਫਿਰ ਜਿੱਥੇ ਮਰਜੀ ਘੁੰਮਦਾ ਫਿਰਦਾ, ਘਰ ਆ ਬਾਹਰ ਆ, ਮੱਥਾ ਟੇਕਿਆ ਹੋਇਆ ਗੁਰੂ ਚਿੱਤ ਵਿੱਚ ਆ। ਜਦੋਂ ਗੁਰੂ ਚਿੱਤ ਵਿੱਚ ਆ, ਮੱਥਾ ਟਿਕਿਆ ਹੋਇਆ ਇਹਦਾ, ਫਿਰ ਨਹੀਂ ਮੱਥਾ ਉੱਠਿਆ ਇਹਦਾ, ਸ਼ਰਨ ਦੇ ਵਿੱਚ ਹੈ। ਜਿਹੜਾ ਸ਼ਰਨ ਦੇ ਵਿੱਚ ਹੈ ਉਹ ਨਿਰਭੈ ਦੀ ਅਵਸਥਾ ਦੇ ਵਿੱਚ ਹੈ। ਤੇ ਉਹ ਸ਼ਰਨ ਵਿੱਚ ਆਉਣ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁੱਟੈ। ਸਾਨੂੰ ਡਰ ਨੇ ਫੜਿਆ ਹੋਇਆ ਸੀਗਾ, ਤੇ ਜਦੋਂ ਅਸੀਂ ਮਹਾਰਾਜ ਦੀ ਸ਼ਰਨ ਵਿੱਚ ਆ ਗਏ, ਉਹ ਡਰ ਜਿਹੜਾ ਸੀ ਨਿਕਲ ਗਿਆ, ਡਰ ਪਰੇ ਹੋ ਗਿਆ ਜੀ। ਨਹੀਂ ਤਾਂ ਸਾਰਾ ਸੰਸਾਰ ਡਰ ਦੇ ਵਿੱਚ ਹੈ। ਰਹਾਉ ਤਟ ਤੀਰਥ ਨਹੀਂ ਮਨ ਪਤੀਆਏ। ਸੋ ਇਹ ਜਿਹੜਾ ਤੀਰਥਾਂ 'ਤੇ ਜਾਣਾ, ਇਸ਼ਨਾਨ ਕਰਨਾ ਹੈ ਨਾ, ਅਤੇ ਉੱਥੇ ਜਾ ਕੇ ਫਿਰ ਮੰਤਰਾਂ ਦਾ ਜਾਪ ਕਰਨਾ, ਜਾਪ ਕਰਾਉਣਾ। ਜਿੰਨੇ ਵੀ ਤੀਰਥ ਨੇ, 68 ਤੀਰਥ ਆਖਿਆ, 68 ਤੀਰਥ ਹੈ। ਕਹਿੰਦੇ 68 ਤੀਰਥ ਦੇਵੀ ਥਾਪੇ ਪੁਰਬੀ ਲੱਗੇ ਬਾਣੀ। 68 ਤੀਰਥ ਜਿਹੜੇ ਨੇ ਸੋ ਉਹਨਾਂ ਨੂੰ ਥਾਪ ਦਿੱਤਾ ਗਿਆ, ਮੰਨ ਲਿਆ ਗਿਆ ਧਾਰਮਿਕ ਗ੍ਰੰਥਾਂ ਨੇ ਵੀ 68 ਤੀਰਥ ਨੇ। ਗੁਰਮਤਿ ਦੇ ਕਿਹੜੇ 68 ਤੀਰਥ ਨੇ? ਚਲੋ ਇਹ ਹਿੰਦੂ ਮਤ ਦੀ ਗੱਲ ਆਪਾਂ ਕਰ ਲੈਂਦੇ ਹਾਂ, ਪਰ ਗੁਰਮਤਿ ਦੇ ਵੀ 68 ਤੀਰਥ ਨੇ। ਗੁਰਮਤਿ ਦੇ ਜਿਹੜੇ 68 ਤੀਰਥ ਨੇ ਉਹਦਾ ਅਰਥ ਬਦਲ ਜਾਂਦਾ। 8 60 ਉਹ ਵੱਖਰਾ ਵੱਖਰਾ ਕਰ ਦੇਈਦਾ। 8 ਵੱਖਰਾ ਕਰ ਦਿਓ, 60 ਵੱਖਰਾ ਕਰ ਦਿਓ। 8 ਹੁੰਦਾ ਗਿਣਤੀ ਦੇ 8, 60 ਹੁੰਦਾ ਗੰਢ ਪਾ ਲੈਣੀ। ਮੂਲ ਮੰਤਰ ਦੇ ਵਿੱਚ 8 ਗੁਣ ਨੇ, ਇਹਨਾਂ ਦੇ ਨਾਲ ਜਿਹੜਾ ਗੰਢ ਪਾ ਲੈਂਦਾ, ਇਹਨਾਂ ਦੇ ਨਾਲ ਜੋ ਸਾਂਝ ਪਾ ਲੈਂਦਾ, ਉਹਦਾ 68 ਤੀਰਥਾਂ ਦਾ ਇਸ਼ਨਾਨ ਹੋ ਜਾਂਦਾ ਜੀ। ਸੋ ਗੁਰਮਤਿ ਦਾ ਇਸ਼ਨਾਨ ਇਹ ਹੈ। ਪਰ ਚੱਲ ਆਪਾਂ ਜਿਹੜੀ 68 ਤੀਰਥਾਂ ਦੀ ਗੱਲ, ਜੇ ਇਹ ਸ਼ਬਦ ਦੇ ਵਿੱਚ ਤੀਰਥਾਂ ਦੀ ਗੱਲ ਕੀਤੀ ਹੋਈ ਹੈ, ਜਿਹੜੇ ਤੀਰਥ ਸੋ ਹਿੰਦੂਆਂ ਦੇਵੀ ਦੇਵਤਿਆਂ ਦੇ ਤੀਰਥ ਨੇ, ਉਹਨਾਂ ਦੇ ਕਿਨਾਰਿਆਂ 'ਤੇ ਜਾ ਕੇ ਉਹਨਾਂ ਵਿੱਚ ਇਸ਼ਨਾਨ ਕਰਕੇ ਮਨ ਪਤੀਜਦਾ ਨਹੀਂ ਹੈ। ਜੇ ਪਤੀਜਦਾ ਹੁੰਦਾ ਤੇ ਇੱਕ ਤੀਰਥ ਤੋਂ ਬਾਅਦ ਦੂਸਰੇ ਤੀਰਥ 'ਤੇ ਕਿਉਂ ਜਾਂਦਾ? ਉੱਥੇ ਟਿਕ ਜਾਣਾ ਸੀਗਾ ਮਨ ਦਾ ਟਿਕਾਅ ਬਣ ਜਾ। ਪਤੀਜ ਤੋਂ ਅਰਥ ਹੁੰਦਾ ਮਨ ਟਿਕ ਗਿਆ, ਮਨ ਮੰਨ ਗਿਆ, ਮਨ ਸਮਝ ਗਿਆ, ਉਹਨੂੰ ਪਤੀਜਣਾ ਕਿਹਾ ਜਾਂਦਾ। ਫਿਰ ਦੂਜੇ ਤੀਰਥ 'ਤੇ ਜਾਣ ਦੀ ਕੋਈ ਲੋੜ ਨਹੀਂ ਹੁੰਦੀ ਹੈ। ਕਿਉਂ? ਕਿਉਂਕਿ ਮਨ ਸਮਝ ਗਿਆ। ਪਰ ਨਹੀਂ, ਸੋ ਇਹ ਕੀ ਕਰਦਾ, ਇੱਕ ਤੋਂ ਦੂਜੇ ਤੇ, ਦੂਜੇ ਤੋਂ ਤੀਜੇ ਤੇ। ਮਹਾਰਾਜ ਨੇ ਤੀਰਥਾਂ ਦੀ ਗੱਲ ਕਰਕੇ ਮਹਾਰਾਜ ਨੇ ਤਾਂ ਸਮੁੰਦਰਾਂ ਦੀ ਗੱਲ ਕਰ ਦਿੱਤੀ। ਕਹਿੰਦੇ ਨਹਾਤ ਫਰਿਓ ਲੀਏ ਸਾਤ ਸਮੁੰਦਰਨ ਲੋਕ ਗਿਓ ਪਰਲੋਕ ਗਵਾਇਓ। ਸੱਚੇ ਪਾਤਸ਼ਾਹ ਕਹਿੰਦੇ ਮੈਂ 7 ਸਮੁੰਦਰਾਂ 'ਤੇ ਵੀ ਇਸ਼ਨਾਨ ਕਰ ਲਾ, ਕਿਉਂਕਿ ਇਹ ਸਾਰੇ ਤੀਰਥ ਡਿੱਗਦੇ ਤਾਂ ਸਮੁੰਦਰਾਂ 'ਚ ਹੀ ਹੈ, ਨਦੀਆਂ ਡਿੱਗਦੀਆਂ ਤਾਂ ਸਮੁੰਦਰ ਦੇ ਵਿੱਚ ਹੀ ਹੈ। ਅਤੇ ਸਮੁੰਦਰ 'ਚ ਇਸ਼ਨਾਨ ਕਰ ਲਿਆ ਤਾਂ ਸਾਰੇ ਤੀਰਥਾਂ ਦਾ ਇਸ਼ਨਾਨ ਹੋ ਗਿਆ। ਕਹਿੰਦੇ ਨਹੀਂ, ਮਨ ਨਹੀਂ ਪਤੀਜਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਕਬੀਰ ਸਾਹਿਬ ਜੀ ਦੇ ਜਿਹੜੇ ਸਲੋਕਾਂ ਦੀ ਬਾਣੀ ਹੈ, ਉਹਦੇ 'ਚ ਸ਼ਾਇਦ 54 ਤੇ 54 ਨੰਬਰ ਵਾਲਾ ਸਲੋਕ ਹੈ। ਉਹਦੇ ਵਿੱਚ ਕਹਿੰਦੇ ਨੇ, ਕਬੀਰ ਗੰਗਾ ਤੀਰ ਜੇ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਜਨ ਨਾ ਮੁਕਤ ਹੋਏ ਇਉਂ ਕਹਿ ਰਵੇਂ ਕਬੀਰ। ਕਹਿੰਦੇ ਭਾਵੇਂ ਤੁਸੀਂ ਗੰਗਾ ਦੇ ਕੰਢੇ ਜਾ ਕੇ ਉੱਥੇ ਆਪਣੀ ਕੁੱਲੀ ਪਾ ਲਓ, ਵੀ ਇੱਥੇ ਨਾਲੇ ਇਸ਼ਨਾਨ ਕਰਾਂਗੇ, ਨਾਲੇ ਗੰਗਾ ਦਾ ਪਾਣੀ ਪੀਵਾਂਗੇ, ਹਾਂਜੀ, ਅਤੇ ਭੋਜਨ ਜਿਹੜਾ ਬਣਾਵਾਂਗੇ ਉਹ ਵੀ ਗੰਗਾ ਦੇ ਜਲ ਦੇ ਨਾਲ ਬਣਾਵਾਂਗੇ, ਵੀ ਇਹਦਾ ਮੁਕਤ ਹੋ ਜਾਊ।
ਕਹਿੰਦੇ ਨਹੀਂ, ਬਿਨ ਹਰ ਨਾਮ ਨਾ ਮੁਕਤ ਹੋਏ। ਗੰਗਾ ਨੇ ਮੁਕਤ ਨਹੀਂ ਕਰ ਦੇਣਾ, ਨਾਮ ਤੋਂ ਬਿਨਾਂ ਮੁਕਤੀ ਨਹੀਂ ਹੈ। ਜੇ ਗੰਗਾ ਤੇ ਜਾ ਕੇ ਵੀ ਨਾਮ ਜਪਣਾ ਪੈਣਾ, ਤੇ ਗੰਗਾ ਤੇ ਜਾ ਕੇ ਉੱਥੇ ਰਹਿਣੇ ਵਾਲੇ ਵੀ ਰਾਮ ਹੀ ਜਪਦੇ ਨੇ, ਤੇ ਮੈਂ ਤਾਂ ਘਰੇ ਜਪੀ ਜਾਂਦਾ। ਕਹਿੰਦੇ ਇਉਂ ਕਹਿ ਰਮੇ ਕਬੀਰ, ਤੇ ਮੈਨੂੰ ਗੰਗਾ ਜਾਣ ਦੀ ਲੋੜ ਹੀ ਨਹੀਂ। ਜਦੋਂ ਘਰ ਉਹਨਾਂ ਨੇ ਆਪਣੇ ਘਰ ਵਿੱਚ ਰਹਿ ਕੇ ਰਾਮ ਰਾਮ ਜਪਿਆ, ਉਹਦਾ ਨਾਮ ਜਪਿਆ, ਫਿਰ ਉਹ ਆਪਣੀ ਅਵਸਥਾ ਦਾ ਜ਼ਿਕਰ ਕਰਦੇ ਨੇ ਕਬੀਰ ਸਾਹਿਬ ਜੀ। ਕਹਿੰਦੇ ਕਬੀਰ, ਇਹ ਦੋਨੇ ਸ਼ਲੋਕ ਇਕੱਠੇ ਨੇ, ਤੁਸੀਂ ਦਰਸ਼ਨ ਕਰ ਲਿਓ, 54 ਜਾਂ 55 ਨੰਬਰ ਵਾਲਾ ਸ਼ਲੋਕ ਹੋਣਾ ਹੈ। ਕਹਿੰਦੇ ਕਬੀਰ, ਮਨ ਨਿਰਮਲ ਭਇਆ, ਮਨ ਨਿਰਮਲ ਭਇਆ, ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਕਹਿੰਦੇ ਤੁਸੀਂ ਗੰਗਾ ਤੇ ਜਾਂਦੇ, ਗੰਗਾ ਤੇ ਜਾ ਕੇ ਨਹਾਉਂਦੇ ਹੋ, ਤੇ ਮੇਰਾ ਤਾਂ ਮਨ ਹੀ ਹੁਣ ਗੰਗਾ ਹੋ ਗਿਆ। ਗੰਗਾ ਤੋਂ ਬਾਅਦ ਮੇਰਾ ਮਨ ਹੁਣ ਪਵਿੱਤਰ ਹੋ ਗਿਆ। ਹੁਣ ਤਾਂ ਉਹ ਪ੍ਰਮਾਤਮਾ ਪਰਮੇਸ਼ਰ ਜਿਹੜਾ ਪਾਛੇ ਲਾਗੋ ਹਰ ਫਿਰ ਹੈ, ਕਹਿਤ ਕਬੀਰ ਕਬੀਰ। ਸੋ ਇਹ ਨਾ, ਇਹ ਐਸੀ ਅਵਸਥਾ ਦਾ ਜ਼ਿਕਰ ਹੈ, ਇੱਕ ਮਾਂ ਤੇ ਪੁੱਤ ਦਾ ਜੋ ਰਿਸ਼ਤਾ ਹੁੰਦਾ, ਉਸ ਸਾਖੀ ਨੂੰ ਜਾਂ ਉਸ ਸਿਸਟਮ ਨੂੰ ਉਜਾਗਰ ਕਰ ਦਿੱਤਾ। ਜਿੱਦਾਂ ਮਾਂ ਜਿਹੜੀ ਹੁੰਦੀ ਨਾ, ਆਪਣੇ ਪੁੱਤ ਦਾ ਕਿੰਨਾ ਖਿਆਲ ਰੱਖਦੀ ਹੈ, ਪੁੱਤ ਦੇ ਖਾਣ ਪੀਣ ਦਾ ਖਿਆਲ ਹੈ। ਜਦੋਂ ਬੱਚਾ ਦੌੜਨ ਭੱਜਣ ਲੱਗ ਪੈਂਦਾ, ਤੇ ਉਸ ਵਕਤ ਉਹਦੀਆਂ ਅੱਖਾਂ ਦੇ ਸਾਹਮਣੇ ਰਹਿੰਦਾ ਬੱਚਾ, ਤਾਂ ਉਹਨੂੰ ਤਸੱਲੀ ਹੈ। ਜਦੋਂ ਘਰੋਂ ਬਾਹਰ ਚੱਲ ਜਾਂਦਾ, ਉਹਦੇ ਪਿੱਛੇ ਪਿੱਛੇ ਘੁੰਮਦੀ ਹੈ, ਪਿੱਛੇ ਪਿੱਛੇ ਘੁੰਮਦੀ ਹੈ। ਸੋ ਉਹਦੇ ਵਿੱਚ ਮਾਂ ਤਾਂ ਮਾਂ ਹੀ ਹੈ, ਕਬੀਰ ਤਾਂ ਕਬੀਰ ਹੀ ਹੈ, ਭਗਤ ਤਾਂ ਭਗਤ ਹੈ, ਰੱਬ ਰੱਬ ਹੈ। ਪਰ ਉਹ ਕਹਿੰਦੇ ਪਾਛੇ ਲਾਗੋ ਹਰ ਫਿਰੈ, ਰੱਬ ਮੇਰਾ ਹੁਣ ਇੰਨਾ ਖਿਆਲ ਰੱਖਦਾ ਜਿਵੇਂ ਮਾਂ ਆਪਣੇ ਬੱਚੇ ਦਾ ਖਿਆਲ ਰੱਖਦੀ ਹੈ। ਕਿਉਂ? ਕਿਉਂਕਿ ਮਨ ਨਿਰਮਲ ਹੋ ਗਿਆ, ਮਨ ਪਵਿੱਤਰ ਹੋ ਗਿਆ। ਗੰਗਾ ਤੇ ਜਾਣ ਦੇ ਨਾਲ ਮਨ ਪਵਿੱਤਰ ਨਹੀਂ ਹੋਇਆ, ਮਨ ਪਵਿੱਤਰ ਹੋਇਆ ਜਦੋਂ ਪਰਮਾਤਮਾ ਪਰਮੇਸ਼ਰ ਦੇ ਨਾਮ ਨੂੰ ਜਪਿਆ, ਉਦੋਂ ਮਨ ਪਵਿੱਤਰ ਹੋਇਆ। ਉਸੇ ਬਾਤ ਨੂੰ ਕਬੀਰ ਸਾਹਿਬ ਜੀ ਕਹਿੰਦੇ ਵੀ ਤਟ ਤੀਰਥ ਨਹੀਂ ਮਨ ਪਤੀ ਆਏ। ਸਾਡੇ ਤੀਰਥ ਨੇ, ਦੇਖੋ ਇਹ ਤਾਂ ਆਪਾਂ ਜੇ ਇਕੱਲਾ ਹਿੰਦੂਆਂ ਦੇ ਤੀਰਥਾਂ ਦੀ ਗੱਲ ਕਰਾਂਗੇ ਤਾਂ ਮੰਨ ਲਓ ਵੀ ਇਹ ਬਾਣੀ ਦੀ ਪੰਕਤੀ ਆਈ ਤੇ ਸਾਡੇ ਤੋਂ ਨਿਕਲ ਜਾਣੀ ਹੈ ਜੀ, ਅੱਗੇ ਨਿਕਲ ਜਾਣੀ, ਸਾਡੇ ਪੱਲੇ ਕੁਝ ਨਹੀਂ ਪੈਣਾ ਜੀ। ਸੁਣ, ਸਾਡੇ ਜਿਹੜੇ ਤੀਰਥ ਨੇ, ਸੋ ਜਿੱਥੇ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਪਏ ਨੇ, ਸਾਡੇ ਤੀਰਥ ਨੇ ਜੀ। ਮਹਾਰਾਜ ਦੇ ਚਰਨ ਪੈ ਗਏ, ਉਹ ਤੀਰਥ ਬਣ ਗਏ। ਸਭ ਤੋਂ ਵੱਡਾ ਸਾਡਾ ਤੀਰਥ ਹੈ ਹਰਿਮੰਦਰ ਸਾਹਿਬ, ਉਹ ਸਾਡਾ ਸਭ ਤੋਂ ਵੱਡਾ ਤੀਰਥ ਹੈ। ਹੁਣ ਉੱਥੇ ਜਾ ਕੇ ਜੇ ਗੁਰਬਾਣੀ ਦੇ ਨਾਲ ਨਾ ਜੁੜੇ ਤਾਂ ਸਾਨੂੰ ਕੀ ਮਿਲਿਆ ਜੀ? ਜੇ ਗੁਰਬਾਣੀ ਦੇ ਨਾਲ ਨਾ ਜੁੜੇ ਫਿਰ ਕੀ ਮਿਲਿਆ? ਉੱਥੇ ਜਾ ਕੇ ਗੁਰਬਾਣੀ ਦੇ ਨਾਲ ਤਾਂ ਜੁੜ ਸਕਦੇ ਜੇ ਆਪਾਂ ਪਹਿਲਾਂ ਅਭਿਆਸ ਕੀਤਾ ਹੋਵੇਗਾ, ਪਹਿਲਾਂ ਗੁਰਬਾਣੀ ਦੇ ਨਾਲ ਜੁੜੇ ਹੋਵਾਂਗੇ। ਗੁਰਬਾਣੀ ਦੇ ਨਾਲ ਤਾਂ ਜੁੜਾਂਗੇ ਤੇ ਜੇ ਸਾਨੂੰ ਗੁਰਬਾਣੀ ਦੇ ਵਿੱਚੋਂ ਕੁਝ ਗਿਆਨ ਪ੍ਰਾਪਤ ਹੋਵੇਗਾ। ਜਿੰਨੇ ਵੀ ਸਾਡੇ ਇਤਿਹਾਸਕ ਅਸਥਾਨ ਨੇ, ਸਾਡੇ ਤੀਰਥ ਨੇ, ਤੇ ਜੇ ਉੱਥੇ ਜਾ ਕੇ ਅਸੀਂ ਗੁਰਬਾਣੀ ਨਾਲ ਨਾ ਜੁੜੇ, ਵਾਹਿਗੁਰੂ ਵਾਹਿਗੁਰੂ ਨਾ ਕੀਤਾ, ਫਿਰ ਫਾਇਦਾ ਕੀ ਹੋਇਆ ਭਾਈ ਤੀਰਥਾਂ 'ਤੇ ਜਾਣ ਦਾ? ਕੋਈ ਫਾਇਦਾ ਹੋਇਆ? ਹੁਣ ਜਿੱਥੇ ਜਿੱਥੇ ਗੁਰਸਿੱਖਾਂ ਨੇ ਮਿਲ ਕੇ ਆਹ ਸਤ ਸੰਗਤ ਘਰ ਬਣਾ ਲਏ, ਜਿਵੇਂ ਆਹ ਗੁਰਦੁਆਰਾ ਸਾਹਿਬ ਸਤ ਸੰਗਤ ਘਰ ਹੈ। ਹੁਣ ਇੱਥੇ ਆ ਕੇ ਜੇ ਬਾਣੀ ਦੇ ਨਾਲ ਨਾ ਜੁੜੇ, ਸਿਰਫ ਦੇਖਣ ਦਾ ਹੋ ਗਿਆ ਨਾ, ਜਿੱਦਾਂ ਚਲੋ ਵੀ ਹਰਿਮੰਦਰ ਸਾਹਿਬ ਕਦੀ ਗਿਆ ਨਹੀਂ, ਦੇਖ ਆਈਏ, ਹੇਮਕੁੰਟ ਕਦੀ ਗਏ ਨਹੀਂ, ਵੇਖ ਆਈਏ, ਹਜ਼ੂਰ ਸਾਹਿਬ ਕਦੀ ਗਏ ਨਹੀਂ, ਵੇਖ ਆਈਏ, ਸਿਰਫ ਦੇਖਣ ਵਾਸਤੇ ਜਾਂਦੇ ਹਾਂ। ਤੇ ਆਪਾਂ ਉੱਥੇ ਜਾ ਕੇ, ਕਿਉਂਕਿ ਬੜੀ ਪਵਿੱਤਰ ਜਗ੍ਹਾ ਆ, ਜੇ ਥੋੜ੍ਹਾ ਜਿਹਾ ਵੀ ਉਪਰਾਲਾ ਕਰਾਂਗੇ ਤੇ ਸਾਨੂੰ ਮਤਲਬ ਕਈ ਗੁਣਾ ਫਲ ਮਿਲਣਾ, ਇੱਕਦਮ ਬਾਣੀ ਦੇ ਨਾਲ ਜੁੜਿਆ ਜਾਣਾ। ਸਾਨੂੰ ਪਤਾ ਹੀ ਨਹੀਂ ਇਸ ਗੱਲ 'ਤੇ ਦੇਖਣ ਗਏ ਹਾਂ, ਕੀ ਮਿਲਿਆ? ਕੁਝ ਨਹੀਂ ਮਿਲਿਆ ਨਾ। ਸੋ ਇਸੇ ਤਰ੍ਹਾਂ ਜਦੋਂ ਆਪਾਂ ਸਤਸੰਗ ਘਰ ਦੇ ਵਿੱਚ ਆਉਂਦੇ ਹਾਂ, ਸਿਰਫ ਇਸ ਕਰਕੇ ਆਏ ਹਾਂ ਵੀ ਹਾਂ ਠੀਕ ਹੈ, ਵੀਕਐਂਡ ਹੈ, ਚਲੋ ਭਾਈ ਜਾ ਕੇ ਮੱਥਾ ਟੇਕ ਆਉਂਦੇ। ਨਹੀਂ, ਕੇਵਲ ਇਸ ਕਰਕੇ ਨਹੀਂ ਆਉਣਾ ਵੀ ਛੁੱਟੀ ਦਾ ਦਿਨ ਹੈ ਵੀ ਜਾ ਕੇ ਚਲੋ ਮੱਥਾ ਟੇਕ ਆਈਏ। ਨਹੀਂ, ਆਪਾਂ ਗੁਰਬਾਣੀ ਦੇ ਨਾਲ ਜੁੜਨ ਵਾਸਤੇ ਆਉਣਾ। ਜਦੋਂ ਇਸ ਘਰ ਵਿੱਚ ਆ ਜਾਈਦਾ ਹੈ, ਉਹ ਕੋਸ਼ਿਸ਼ ਕਰੀਏ ਜੋ ਗੁਰਬਾਣੀ ਦਾ ਪ੍ਰਸ਼ਾਦ ਮਿਲਦਾ ਹੈ ਨਾ, ਉਹ ਪ੍ਰਸ਼ਾਦ ਜ਼ਰੂਰ ਲੈਣਾ। ਦੇਖੋ ਇੱਕ ਗੱਲ ਸਾਡੇ ਵਿੱਚ ਪੱਕੀ, ਜਿਹੜੀ ਬਚਪਨ ਤੋਂ ਸਾਡੇ ਮਨਾਂ ਵਿੱਚ ਪਈ ਹੋਈ ਹੈ, ਉਹ ਕੀ ਪਈ ਹੋਈ? ਵੀ ਗੁਰਦੁਆਰੇ ਜਾ ਕੇ ਪ੍ਰਸ਼ਾਦ ਜ਼ਰੂਰ ਲੈਣਾ, ਪੱਕੀ ਮਨ 'ਚ ਪਈ ਹੋਈ ਹੈ। ਅੱਜ ਵੀ ਇੱਦਾਂ ਹੀ ਹੈ, ਅੱਜ ਵੀ ਇੱਦਾਂ ਵੀ ਅਸੀਂ ਗੁਰੂ ਘਰ ਆਏ, ਜੇ ਸਾਨੂੰ ਪ੍ਰਸ਼ਾਦ ਨਾ ਮਿਲਿਆ ਤਾਂ ਸਾਡੇ ਮਨ ਨੂੰ ਨਾ ਕੁਛ ਘਾਟਾ ਜਿਹਾ ਮਹਿਸੂਸ ਹੁੰਦਾ ਹੈ ਵੀ ਸਾਨੂੰ ਦੇਗ ਤਾਂ ਮਿਲੀ ਨਹੀਂ, ਪ੍ਰਸ਼ਾਦ ਤਾਂ ਮਿਲਿਆ ਨਹੀਂ। ਔਰ ਇਸ ਚੀਜ਼ ਦਾ ਬੜਾ ਸਾਨੂੰ ਖਿਆਲ ਰੱਖਣਾ ਪੈਂਦਾ, ਅਤੇ ਹਰ ਇੱਕ ਸੰਗਤ ਵਿੱਚ ਵੀ ਬੜਾ ਇਸ ਚੀਜ਼ ਦਾ ਬੜਾ ਖਿਆਲ ਹੈ, ਪ੍ਰਸ਼ਾਦ ਮਿਲਣਾ ਬੜਾ ਜ਼ਰੂਰੀ ਹੈ। ਭਾਈ ਜੇ ਦੇਗ ਪ੍ਰਸ਼ਾਦ ਲੈਣ ਵਾਸਤੇ ਮਨ ਇੰਨਾ ਸੁਚੇਤ ਹੈ, ਤੇ ਸ਼ਬਦ ਦਾ ਪ੍ਰਸ਼ਾਦ ਕਿਉਂ ਨਹੀਂ ਲੈਂਦੇ? ਸ਼ਬਦ ਦੇ ਪ੍ਰਸ਼ਾਦ ਤੋਂ ਬਿਨਾਂ ਹੀ ਆਪਾਂ ਚੱਲ ਜਾਂਦੇ ਹਾਂ ਜੀ। ਸੋ ਇਹ ਬੜਾ ਜ਼ਰੂਰੀ ਹੈ। ਜਦੋਂ ਆਪਾਂ ਸਤਸੰਗ ਇਸ ਤੀਰਥ 'ਤੇ ਆਏ,
ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਆਏ, ਸਤਸੰਗ ਘਰ ਵਿੱਚ ਆਏ, ਜੇ ਸ਼ਬਦ ਦਾ ਪ੍ਰਸ਼ਾਦ ਨਾ ਲਿਆ ਤੇ ਫਿਰ ਉਹਦਾ ਫਾਇਦਾ ਕੀ ਹੋਇਆ ਜੀ? ਸੋ ਸ਼ਬਦ ਦਾ ਪ੍ਰਸ਼ਾਦ ਲੈਣਾ ਬੜਾ ਜ਼ਰੂਰੀ, ਜਿੰਨਾ ਕੁ ਹਜਮ ਕਰ ਸਕਦੇ ਹਾਂ। ਚਾਹੇ ਉਹ ਕੀਰਤਨ ਹੋ ਰਿਹਾ ਹੋਵੇ, ਚਾਹੇ ਕਥਾ ਹੋ ਰਹੀ ਹੋਵੇ। ਕੀਰਤਨ ਕਿਸ ਸ਼ਬਦ ਦਾ ਕੀਰਤਨ ਹੁੰਦਾ, ਉਹ ਮੇਰੇ ਵਾਸਤੇ ਪ੍ਰਸ਼ਾਦ ਹੈ। ਕਥਾ ਕਿਸ ਸ਼ਬਦ ਦੀ ਹੁੰਦੀ, ਉਹ ਪ੍ਰਸ਼ਾਦ ਹੈ। ਭਾਵੇਂ ਇੱਕ ਕਿਣਕਾ ਮਿਲ ਜਾਵੇ, ਜਿਹੜੀ ਕਿਣਕੇ ਦੀ ਗੱਲ ਕਰਦੇ ਨੇ, ਭਾਵੇਂ ਇੱਕ ਕਿਣਕਾ ਮਿਲ ਜਾਵੇ, ਉਹਦਾ ਬੜਾ ਖਿਆਲ ਰੱਖਦੇ। ਪ੍ਰਸ਼ਾਦ ਥੱਲੇ ਡਿੱਗ ਪਿਆ, ਅਸੀਂ ਕਿਣਕਾ ਚੱਕ ਕੇ ਸਤਿਨਾਮ ਵਾਹਿਗੁਰੂ ਕਹਿ ਕੇ ਮੂੰਹ 'ਚ ਪਾ ਲੈਂਦੇ ਹਾਂ। ਅਤੇ ਇਹ ਵੀ ਇੱਧਰ ਵੀ ਇੱਦਾਂ ਹੀ ਹੈ। ਇੱਕ ਕਿਣਕਾ, ਕਿਣਕਾ ਏਕ ਜਿਸ ਜੀ ਬਸਾਵੈ। ਦੇਗ ਪ੍ਰਸ਼ਾਦ ਜੀ 'ਚ ਨਹੀਂ ਵਸ ਸਕਦਾ, ਸ਼ਬਦ ਦਾ ਪ੍ਰਸ਼ਾਦ ਜੀ ਵਿੱਚ ਵਸਦਾ ਹੈ। ਕਿਣਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੈ। ਉਹਦੀ ਇੰਨੀ ਕੁ ਮਹਿਮਾ ਹੋ ਜਾਂਦੀ, ਗਿਣਤੀ ਮਿਣਤੀ ਤੋਂ ਪਰੇ ਹੋ ਜਾਂਦੀ ਹੈ। ਜਦੋਂ ਇੱਕ ਕਿਣਕਾ ਵੀ ਸ਼ਬਦ ਦਾ, ਉਪਦੇਸ਼ ਦਾ ਜਦੋਂ ਹਿਰਦੇ ਵਿੱਚ ਵਸਾਉਂਦਾ ਤੇ ਐਡੀ ਮਹਿਮਾ ਹੋ ਜਾਂਦੀ। ਉਹ ਤਦ ਸੰਭਵ ਹੋਵੇਗਾ ਜੇ ਸਾਡੇ ਮਨ ਵਿੱਚ ਚਾਹਤ ਹੋਵੇਗੀ, ਅਸੀਂ ਸ਼ਬਦ ਦਾ ਪ੍ਰਸ਼ਾਦ ਲੈਣਾ ਜ਼ਰੂਰੀ ਹੈ। ਹੋਰ ਜ਼ਰੂਰੀ ਬਾਤ, ਜਦੋਂ ਆਪਾਂ ਗੁਰੂ ਘਰ ਵਿੱਚ ਆਉਂਦੇ ਹਾਂ ਨਾ, ਤਾਂ ਸਾਨੂੰ ਪਤਾ ਵੀ ਹੋਣਾ ਚਾਹੀਦਾ। ਸੋ ਸਾਡੇ ਕੁਝ ਫਰਜ਼ ਹੁੰਦੇ ਆ। ਆਪਾਂ ਜਦੋਂ ਗੁਰੂ ਘਰ ਵਿੱਚ ਆ ਗਏ, ਇੱਕ ਤਾਂ ਦੇਗ ਦਾ ਪ੍ਰਸ਼ਾਦ ਲੈਂਦੇ ਹਾਂ, ਅਤੇ ਇੱਕ ਆਪਾਂ ਮਨਾਂ ਵਿੱਚ ਸ਼ਰਧਾ ਹੁੰਦੀ ਵੀ ਲੰਗਰ ਦੇ ਵਿੱਚ ਭਾਵੇਂ ਇੱਕ ਫੁਲਕਾ ਲੈ ਲਈਏ, ਪ੍ਰਸ਼ਾਦ ਲੈਣਾ ਬੜਾ ਜ਼ਰੂਰੀ ਹੈ, ਬੜਾ ਜ਼ਰੂਰੀ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਹੋਏ ਸੀ, ਜੇ ਚਾਹੇ ਉਹ ਬਚਨ ਗੁਰੂ ਨਾਨਕ ਦੇਵ ਜੀ ਦਾ ਹੈ, ਚਾਹੇ ਬਚਨ ਗੁਰੂ ਅਮਰਦਾਸ ਜੀ ਦਾ ਹੈ, ਚਾਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਜਦ ਜੋ ਤਿਕ ਹੈ, ਜੋ ਤਿਕ ਹੈ, ਅਤੇ ਇਹਦਾ ਮਤਲਬ ਜਿਸ ਵੀ ਪਾਤਸ਼ਾਹ ਨੇ ਬਚਨ ਕਰ ਦਿੱਤਾ, ਗੁਰੂ ਨਾਨਕ ਦਾ ਬਚਨ ਹੋ ਗਿਆ। ਮਹਾਰਾਜ ਦਾ ਬਚਨ ਸੀ ਵੀ ਜਦੋਂ ਆਉਣਾ, ਪਹਿਲੋਂ ਪ੍ਰਸ਼ਾਦਾ ਛਕੋ, ਲੰਗਰ ਵਿੱਚ ਬੈਠ ਕੇ ਪ੍ਰਸ਼ਾਦ ਲਵੋ। ਉਹਦੇ ਨਾਲ ਕੀ ਹੈ, ਜਾਤੀ ਅਭਿਮਾਨ ਚਲੇ ਜਾਂਦਾ ਹੈ, ਗੁਣਾਂ ਦਾ ਹੰਕਾਰ ਚਲੇ ਜਾਂਦਾ ਹੈ। ਆਪਾਂ ਜਦੋਂ ਬੈਠ ਕੇ ਪ੍ਰਸ਼ਾਦਾ ਛਕਦੇ ਹਾਂ ਤਾਂ ਇੱਕ ਪ੍ਰਸ਼ਾਦਾ ਭਾਵੇਂ ਛਕੋ, ਬੜਾ ਜ਼ਰੂਰੀ ਹੁੰਦਾ ਹੈ। ਸੋ ਉਹ ਪ੍ਰਸ਼ਾਦ ਲੈ ਲਿਆ, ਇਹਦਾ ਸਾਨੂੰ ਖਿਆਲ ਹੈ। ਪਰ ਲੰਗਰ ਦੇ ਵਿੱਚ ਸੇਵਾ ਵੀ ਹੁੰਦੀ ਹੈ, ਲੰਗਰ ਦੇ ਵਿੱਚ ਸੇਵਾ ਵੀ ਹੁੰਦੀ। ਉਹ ਵੀ ਸਾਡੇ ਮਨ ਵਿੱਚ ਇੱਕ ਚਾਹ ਬਣਿਆ ਹੋਣਾ ਚਾਹੀਦਾ ਹੈ ਵੀ ਲੰਗਰ ਵਿੱਚ ਤਾਂ ਮੈਂ ਆਇਆ ਅਤੇ ਮੈਨੂੰ ਸੇਵਾ ਵੀ ਕੋਈ ਮਿਲ ਜਾਵੇ। ਜੇ ਥੋੜ੍ਹਾ ਥੋੜ੍ਹਾ ਵੀ ਮਨ ਵਿੱਚ ਇਹੋ ਜਿਹਾ ਚਾਹ ਅਸੀਂ ਲੈ ਲਈਏ ਨਾ, ਉਹ ਥੋੜ੍ਹੀ ਜਿਹੀ ਸੇਵਾ ਕਰਨ ਦੇ ਲਈ ਪਤਾ ਨਹੀਂ ਮਹਾਰਾਜ ਕੀ ਕੁਝ ਦੇ ਦਿੰਦੇ ਆ। ਸੱਚੇ ਪਾਤਸ਼ਾਹ ਕਹਿੰਦੇ ਵੀ ਸੇਵਾ ਕਰਨ ਦੇ ਨਾਲ ਦੱਸੋ ਕੀ ਨਹੀਂ ਮਿਲਦਾ। ਗੁਰ ਸੇਵਾ ਕਿੰਗ ਨਾ ਲੱਭਿਆ ਤੇ ਭਗਤ ਅੰਗ ਭਗਤ ਦਾਨੰ ਪਾਰ ਬ੍ਰਹਮ ਗੁਣ ਕੀਰਤਨ ਹੈ। ਜੇ ਮਨ ਵਿੱਚ ਬੰਦਗੀ ਦਾ ਚਾਅ ਆ, ਥੋੜ੍ਹੀ ਜਿਹੀ ਸੇਵਾ ਕੀਤੀ ਤਾਂ ਬੰਦਗੀ ਵਾਸਤੇ ਮਨ ਵਿੱਚ ਹੋਰ ਉਤਸ਼ਾਹ ਪੈਦਾ ਹੋ ਜਾਂਦਾ ਜੀ। ਸੇਵਾ ਦੇ ਨਾਲ ਸਭ ਕੁਝ ਪ੍ਰਾਪਤ ਹੋ ਜਾਂਦਾ। ਅਤੇ ਇਹ ਅਸੀਂ ਨਹੀਂ ਸੋਚਣਾ ਤਾਂ ਹੋਰ ਕਿਹਨੇ ਸੋਚਣਾ। ਇਹ ਸਾਰੀਆਂ ਗੱਲਾਂ ਸਾਡੇ ਦਿਮਾਗ ਵਿੱਚ ਚਾਹੀਦੀਆਂ। ਇਹ ਬੁੱਧੀ ਦਾ ਕੰਮ ਹੈ। ਜਿਹਨੂੰ ਫਲ ਲੱਗਦਾ ਪਿਆ, ਕੱਚ ਦਾ ਫਲ ਵੀ ਲੱਗਣਾ ਹੈ, ਸੱਚ ਦਾ ਫਲ ਵੀ ਲੱਗਣਾ ਹੈ। ਅਸੀਂ ਵੇਖਣਾ ਵੀ ਹਾਂ ਇਹਨੂੰ ਕੱਚ ਦਾ ਫਲ ਲੱਗਿਆ, ਜੇ ਸੱਚ ਦਾ ਫਲ ਲੱਗਿਆ। ਜੇ ਗੁਰੂ ਘਰ ਵਿੱਚ ਆ ਕੇ ਕਿਸੇ ਦੇ ਔਗਣੇ ਵੇਖਦੇ ਰਹੇ, ਪ੍ਰਬੰਧ ਵੱਲ ਹੀ ਵੇਖਦੇ ਰਹੇ ਵੀ ਆਹ ਕਿੱਦਾਂ ਦਾ ਪ੍ਰਬੰਧ ਹੈ ਕਹਿਣਾ। ਸੋ ਅਸੀਂ ਇੱਕਦਮ ਦੂਜੇ 'ਤੇ ਉਂਗਲੀ ਬੜੀ ਛੇਤੀ ਕਰਦੇ, ਕੱਚ ਦਾ ਫਲ ਆ ਜੀ। ਜਦੋਂ ਅਸੀਂ ਦੂਸਰੇ ਦੇ ਉੱਤੇ ਨੁਕਸ ਕੱਢਦੇ, ਕੱਚ ਦਾ ਫਲ ਹੈ। ਨੁਕਸ ਕੱਢਣਾ ਆਪਣੇ 'ਤੇ। ਜੇ ਕੁਝ ਮਾੜਾ ਵੇਖਦੇ ਉਹਨੂੰ ਆਪ ਚੰਗਾ ਕਰ ਲਓ, ਉਹਨੂੰ ਆਪ ਚੰਗਾ ਕਰ ਲਈਦਾ ਹੁੰਦਾ। ਇਸੇ ਤਰ੍ਹਾਂ ਜਿਹੜਾ ਸਤਸੰਗ ਘਰ ਹੈ ਨਾ, ਸਤਸੰਗ ਦੇ ਵਿੱਚ ਪਿਆਰ ਬਣਿਆ ਰਹਿਣਾ, ਇਹ ਬੜੀਆਂ ਜ਼ਰੂਰੀ ਗੱਲਾਂ ਨੇ ਸਾਰੀਆਂ। ਮੈਂ ਆਪਣੀ ਬੁੱਧ ਨੂੰ ਕੱਚ ਦਾ ਫਲ ਨਹੀਂ ਲਾਉਣਾ, ਮੇਰੀ ਬੁੱਧ ਨੂੰ ਸੱਚ ਦਾ ਫਲ ਲੱਗਣਾ ਚਾਹੀਦਾ ਹੈ। ਮੇਰੀ ਬੁੱਧ ਨੂੰ ਉਸ ਗਿਆਨ ਦਾ ਫਲ ਲੱਗਣਾ ਚਾਹੀਦਾ। ਸੋ ਜਿਹੜਾ ਰੱਬ ਦੇ ਨਾਲ ਜੋੜੇ, ਜਿਹੜਾ ਰੱਬ ਦੇ ਨਾਲ ਤੋੜ ਦੇਵੇ, ਉਹ ਫਲ ਨਹੀਂ ਲੱਗਣਾ ਚਾਹੀਦਾ। ਕੋਈ ਆ ਗਿਆ ਗੁਰਮੁਖ ਪਿਆਰਾ ਸੰਗਤ ਦੇ ਵਿੱਚ, ਹਾਂਜੀ, ਉਹਨੂੰ ਨਹੀਂ ਪਤਾ ਵੀ ਹਾਂ ਵੀ ਇੱਥੇ ਸਿਰ ਨੂੰ ਢਕਣਾ ਹੈ, ਉਹਨੂੰ ਨਹੀਂ ਪਤਾ ਹੈ, ਉਹਦੀ ਬੁੱਧ 'ਚ ਇਹ ਬਾਤ ਨਹੀਂ ਹੈ। ਹੁਣ ਸਾਨੂੰ ਤਾਂ ਪਤਾ ਹੈ ਨਾ। ਹੁਣ ਜੇ ਮੇਰੀ ਬੁੱਧ 'ਚ ਆਇਆ ਵੀ ਇਹਨੂੰ ਮੈਂ ਪਿਆਰ ਦੇ ਨਾਲ ਕਹਿਣਾ ਲਾ ਵੀ ਇਹਨੂੰ ਸਿਰ 'ਤੇ ਲੈ ਲਾ, ਉਹ ਜੁੜ ਗਿਆ। ਅਤੇ ਜੇ ਆਪਾਂ ਨੂੰ ਦਬਕਾ ਮਾਰਤਾ, ਉਹ ਟੁੱਟ ਗਿਆ ਜੀ, ਉਹਦੇ ਟੁੱਟੇ ਗਿਆ। ਸੋ ਇਹ ਗੱਲਾਂ ਬੁੱਧੀ ਨੂੰ, ਆਪਣੀ ਬੁੱਧੀ ਨੂੰ ਖੁਦ ਚੈੱਕ ਕਰਨਾ। ਹੁਣ ਇੱਥੇ ਤੱਟ ਤੀਰਥ ਦੀ ਗੱਲ ਕਰਦੇ ਆ। ਸਾਧ ਸੰਗਤ ਇੱਕ ਤੀਰਥ ਹੈ। ਇੱਥੇ ਆਣ ਕੇ ਜੇ ਬਾਣੀ ਦੇ ਨਾਲ ਨਹੀਂ ਜੁੜੇ, ਨਾਮ ਨਹੀਂ ਜਪਿਆ, ਤੇ ਫਾਇਦਾ ਕੀ ਹੋਇਆ। ਤੱਟ ਤੀਰਥ ਨਹੀਂ ਮਨ ਪਤੀ ਆਏ, ਚਾਰ ਅਚਾਰ ਰਹੇ ਉਰਝਾਏ। ਚਾਰ ਅਚਾਰ ਕੀ ਹੈ? ਜਦੋਂ ਆਪਾਂ ਕਹਿੰਦੇ ਵੀ ਆਹ ਕੰਮ ਕਰਨੇ ਵਾਲਾ, ਆਹ ਨਹੀਂ ਕਰਨੇ ਵਾਲਾ। ਮੈਂ ਆਪਣੇ ਵਾਸਤੇ ਤਾਂ ਕਰ ਸਕਦਾ, ਮੈਂ ਜਿੱਦਾਂ ਆਪਣੇ ਆਪ ਨੂੰ ਸਮਝਾ ਸਕਦਾ ਵੀ ਜਦੋਂ ਮੈਂ ਸੰਗਤ ਵਿੱਚ ਆ ਗਿਆ ਨਾ, ਮੈਂ ਆਪਣੇ ਮਤਲਬ ਸਾਰੇ ਜਾਣੇ ਜਿੰਨੇ ਆਪਾਂ ਬੈਠੇ ਹਾਂ ਨਾ, ਅਸੀਂ ਸਾਰੇ ਜਣੇ ਆਪਣੇ ਆਪ ਨੂੰ ਤਾਂ ਕਹਿ ਸਕਦੇ ਹਾਂ ਵੀ ਆਹ ਤੂੰ ਕੰਮ ਕਰਨਾ, ਆਹ ਨਹੀਂ ਕਰਨਾ। ਆਹ ਗੁਰੂ ਕਹਿੰਦਾ ਇਹ ਕਰ, ਇਹ ਗੁਰੂ ਨਹੀਂ ਕਹਿੰਦਾ ਇਹ ਨਹੀਂ ਕਰਨਾ।
ਜਦੋਂ ਅਸੀਂ ਦੂਜਿਆਂ ਨੂੰ ਕਹਿੰਦੇ ਉਹ ਗੁਰੂ ਇੱਦਾਂ ਕਹਿੰਦਾ ਤੂੰ ਇੱਦਾਂ ਕਰਦਾ, ਉਹ ਚੁਲਝ ਗਏ ਜੀ। ਉਸ ਚਾਰ ਅਚਾਰ ਰਹੇ ਉਲਝਾਏ। ਚਾਰ ਹੁੰਦਾ ਕਰਨੇ ਵਾਲਾ, ਅਚਾਰ ਹੁੰਦਾ ਨਹੀਂ ਕਰਨੇ ਵਾਲਾ। ਵੀ ਗੁਰੂ ਤਾਂ ਇੱਦਾਂ ਕਹਿੰਦਾ ਤੂੰ ਇੱਦਾਂ ਕਰਦਾ। ਬਸ ਜਦੋਂ ਇਹਦਾ ਰੌਲਾ ਪੈ ਜਾਂਦਾ ਜੀ, ਜਦੋਂ ਰੌਲਾ ਪੈਂਦਾ ਇਹ 'ਚ ਆਪਾਂ ਉਲਝ ਜਾਂਦੇ। ਕਾਰਨ ਉਲਝ ਤੋਂ ਮਤਲਬ ਹੁੰਦਾ ਹੈ ਵੀ ਕਰਨ ਕੀ ਆਏ ਸੀ, ਸੌਦਾ ਕੀ ਲੈਣ ਆਏ ਸੀ, ਅਤੇ ਅਸੀਂ ਫਸ ਕਿੱਥੇ ਗਏ। ਉਲਝ ਗਏ, ਪਤਾ ਹੀ ਨਹੀਂ ਲੱਗਾ। ਆਪਾਂ ਤਾਂ ਗੁਰਬਾਣੀ ਦਾ ਗਿਆਨ ਲੈਣ ਵਾਸਤੇ ਆਏ ਸੀ, ਅਸੀਂ ਤਾਂ ਗੁਰੂ ਪਾਸੋਂ ਕੁਝ ਪ੍ਰਾਪਤ ਕਰਨ ਵਾਸਤੇ ਆਏ ਸੀ। ਅਤੇ ਜਦੋਂ ਅਸੀਂ ਚਾਰ ਅਚਾਰ ਵਿੱਚ ਫਸ ਗਏ ਨਾ, ਦੂਜੇ ਨੂੰ ਦੇਖ ਕੇ ਦੇਖੋ ਗੁਰੂ ਸਾਹਿਬ ਜੀ ਇੱਦਾਂ ਕਹਿੰਦੇ ਇੱਦਾਂ ਕਰਦਾ, ਨਹੀਂ ਭਾਈ ਗੁਰੂ ਸਾਹਿਬ ਜੀ ਇਹ ਵੀ ਤਾਂ ਕਹਿੰਦੇ ਨਾ ਦੇਖ ਕੇ ਅਣਡਿੱਠ ਕਰਨਾ। ਗੁਰੂ ਸਾਹਿਬ ਜੀ ਇਹ ਵੀ ਤਾਂ ਕਹਿੰਦੇ ਨਾ ਮੇਰੇ ਸਾਰੇ ਸਿੱਖ ਨੇ। ਇਹੋ ਗੁਰੂ ਸਾਹਿਬ ਜੀ ਨੇ ਕਿਹਾ ਕਿਸੇ ਨੂੰ ਮੇਰੇ ਸਿੱਖ ਨਹੀਂ ਹੈ, ਮਹਾਰਾਜ ਨੇ ਨਹੀਂ ਕਿਹਾ। ਸੱਚੇ ਪਾਤਸ਼ਾਹ ਕਹਿੰਦੇ ਸਾਰੇ ਸਿੱਖ ਮੇਰੇ ਨੇ। ਹਾਂ, ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਉੱਥੇ ਮਹਾਰਾਜ ਕਹਿੰਦੇ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ, ਉੱਥੇ ਰਹਿਤ ਦੀ ਗੱਲ ਕੀਤੀ ਹੈ। ਅਤੇ ਜਾਂ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਉੱਥੇ ਤਾਂ ਸਾਰੇ ਵਿੱਚੇ ਲੈਂਦੇ ਨਾ, ਕਹਿੰਦੇ ਜਿਹੜਾ ਗੁਰੂ ਦੇ ਭਾਣੇ ਵਿੱਚ ਆ ਜਾਂਦਾ ਮੈਨੂੰ ਪਿਆਰਾ, ਸੋ ਸਿੱਖ ਸਖਾ ਬੰਦਪ ਹੈ ਭਾਈ ਜੋ ਗੁਰ ਕੇ ਭਾਣੇ ਵਿੱਚ ਆਵੇ। ਪਰ ਜਿਹੜਾ ਆਪਣੇ ਭਾਣੇ ਵਿੱਚ ਚੱਲਦਾ ਉਹਨੂੰ ਇਹ ਨਹੀਂ ਕਿਹਾ ਮੇਰਾ ਸਿੱਖ ਨਹੀਂ ਹੈ। ਜਿਹੜਾ ਮਨ ਮਰਜ਼ੀ ਕਰਦਾ ਉਹਨੂੰ ਵੀ ਗੁਰੂ ਨੇ ਨਹੀਂ ਕਿਹਾ ਮੇਰਾ ਸਿੱਖ ਨਹੀਂ ਹੈ, ਪਰ ਉਹਨੂੰ ਇੱਕ ਗੱਲ ਕਹਿਤੀ, ਕਹਿੰਦੇ ਮਨ ਮਰਜ਼ੀਆਂ ਕਰਦਾ ਇਹ ਝੂਟਾਂ ਖਾਊਗਾ। ਕਹਿੰਦੇ ਆਪਣ ਭਾਣੇ ਜੋ ਚੱਲਾ ਭਾਈ ਵਿਛੜ ਝੂਟਾਂ ਖਾਵੇ। ਅਸੀਂ ਤਾਂ ਪਤਾ ਨਹੀਂ ਕਿਸ ਦੁਨੀਆ ਦੇ ਵਿੱਚ ਆਪਾਂ ਵਿਚਰਦੇ। ਗੁਰੂ ਨਾਨਕ ਦੇ ਸਿੱਖ ਨਹੀਂ ਆਪਾਂ ਗੁਰੂ ਨਾਨਕ ਦੇ ਸਿੱਖ ਨਹੀਂ। ਗੁਰੂ ਨਾਨਕ ਦੇ ਸਿੱਖ ਹੈ ਜਿਹੜਾ ਗੁਰੂ ਦੇ ਚਰਨਾਂ 'ਚ ਆਉਂਦਾ ਉਹ ਵੀ ਆਪਣਾ, ਨਹੀਂ ਆਇਆ ਉਹ ਵੀ ਆਪਣਾ। ਗੁਰੂ ਦੇ ਚਰਨਾਂ ਵਿੱਚ ਆ ਕੇ ਉਹਨੂੰ ਪਤਾ ਨਹੀਂ ਮੈਨੂੰ ਕੀ ਕਰਨਾ ਚਾਹੀਦਾ, ਕੁਝ ਗਲਤ ਹੋ ਜਾਂਦਾ, ਉਹ ਵੀ ਆਪਣਾ। ਸੋ ਜਿਹੜਾ ਗੁਰੂ ਦੇ ਚਰਨਾਂ ਵਿੱਚ ਆ ਕੇ ਚੰਗਾ ਕਰਦਾ ਉਹ ਵੀ ਆਪਣਾ। ਅਤੇ ਫੇਰ ਤਾਂ ਹੁੰਦੀ ਹੈ ਸੰਗਤ। ਫਿਰ ਇਹ ਤੱਟ ਤੀਰਥ ਤਾਂ ਇਹ ਨਾ ਤੱਟ ਤੀਰਥ ਆ ਸਾਡਾ, ਇਹ ਤੀਰਥ ਸਥਾਨ ਹੈ। ਸੋ ਇੱਥੇ ਆਇਆਂ ਦਾ ਸਾਡਾ ਫਾਇਦਾ ਤਦੇ ਕੁਝ ਲੈ ਕੇ ਜਾਵਾਂਗੇ, ਨਹੀਂ ਤਾਂ ਹੁੰਦਾ ਕੀ ਹੈ ਦੂਸਰੇ 'ਚ ਨੁਕਸ ਕੱਢ ਕੇ ਅਸੀਂ ਕੀ ਉਹ ਹਉਮੈ ਦੀ ਪੰਡ ਭਾਰੀ ਕਰ ਲੈਂਦੇ ਹਾਂ। ਨੁਕਸ ਦੂਸਰੇ 'ਚ ਕੱਢ ਦਿੱਤਾ ਕਿ ਮੇਰੇ 'ਚ ਨੁਕਸ ਨਹੀਂ। ਬਾਣੀ ਪੜ੍ਹ ਕੇ ਦੇਖੋ, ਬਾਣੀ ਤਾਂ ਕਹਿੰਦੀ ਹਮ ਅਵਗੁਣ ਭਰੇ ਇੱਕ ਗੁਣ ਨਾਹੀਂ। ਮਹਾਰਾਜ ਕਹਿੰਦੇ ਜੇਤਾ ਸਮੁੰਦ ਸਾਗਰ ਨੀਰ ਭਰਿਆ। ਜਿਹੜਾ ਬਾਣੀ ਪੜ੍ਹੂ ਉਹਦੇ ਵਾਸਤੇ, ਜਿਹੜਾ ਸੁਣੂ ਉਹਦੇ ਵਾਸਤੇ। ਫਿਰ ਭਾਈ ਦੂਜਿਆਂ 'ਚ ਨੁਕਸ ਕਿੱਥੋਂ ਕੱਢ ਸਕਦੇ ਹਾਂ। ਇਹ ਤੱਟ ਤੀਰਥ ਆ ਸਾਡਾ। ਇੱਥੇ ਆਣ ਕੇ ਠੀਕ ਹੈ ਜੀ ਸਾਨੂੰ ਸਭ ਕੁਝ ਮਿਲ ਜਾਣਾ, ਨਹੀਂ, ਐਵੇਂ ਭਰਮ ਰਹੂਗਾ। ਇੱਥੇ ਆਣ ਕੇ ਸਾਨੂੰ ਮਹਾਰਾਜ ਨੇ ਜਿਹੜੀ ਬਾਤ ਕੀਤੀ ਹੈ ਨਾ, ਕਹਿੰਦੇ ਚਾਰ ਅਚਾਰ ਦੇ ਵਿੱਚ ਉਲਝਣਾ ਨਹੀਂ ਹੈ। ਇੱਥੇ ਆਣ ਕੇ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ, ਫਿਰ ਕੁਝ ਮਿਲੇਗਾ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਜਦ ਪਤਾ ਲੱਗ ਗਿਆ ਵੀ ਪ੍ਰਮਾਤਮਾ ਦੇ ਨਾਮ ਦੇ ਨਾਲ ਹੀ ਮੁਕਤੀ ਹੈ, ਇਸ ਕਰਕੇ ਕਹਿੰਦੇ ਮੈਂ ਘਰ ਬੈਠੇ ਪ੍ਰਮਾਤਮਾ ਦਾ ਨਾਮ ਜਪੀ ਜਾਂਦਾ। ਸਭ ਤੋਂ ਪਾਵਨ ਸਥਾਨ ਸਾਧ ਸੰਗਤ ਹੈ। ਮਹਾਰਾਜ ਨੇ ਕਹਿ ਦਿੱਤਾ, ਜਦੋਂ ਆਪਾਂ ਸੋਲੇ ਦਾ ਪਾਠ ਕਰਦੇ ਹਾਂ ਉੱਥੇ ਮਹਾਰਾਜ ਦੇ ਬਚਨ ਆਏ, ਕਹਿੰਦੇ ਜੈ ਘਰ ਕੀਰਤ ਆਖੀਐ ਕਰਤਿਕਾ ਹੋਏ ਵਿਚਾਰੋ ਤਿਤਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਸਭ ਤੋਂ ਪਵਿੱਤਰ ਸਥਾਨ ਸਾਧ ਸੰਗਤ ਹੈ। ਇੱਥੇ ਆਣ ਕੇ ਥੋੜ੍ਹਾ ਜਿਹਾ ਵੀ ਯਤਨ ਕਰ ਲਈਏ ਨਾ ਬਾਣੀ ਸਮਝਣ ਦਾ, ਯਕਦਮ ਬਾਣੀ ਸਮਝਾਂਗੇ। ਥੋੜ੍ਹਾ ਜਿਹਾ ਯਤਨ ਕਰ ਲਈਏ ਜੁੜਨ ਦਾ, ਇੱਕਦਮ ਮਨ ਜੁੜਦਾ। ਅਤੇ ਯਤਨ ਤਾਂ ਕਰਨਾ ਪੈਣਾ। ਇਹਨੂੰ ਮਸ਼ੱਕਤ ਕਿਹਾ ਹੋਇਆ ਜੀ। ਮਹਾਰਾਜ ਨੇ ਜਿਨੀ ਨਾਮ ਤੇ ਹੈ ਗਿਆ ਮਸ਼ੱਕਤ ਘਾਲ, ਨਾਨਕ ਤੇ ਮੁਖ ਜਲੇ ਕੀਤੀ ਛੁੱਟੀ ਨਾਲ। ਇਹ ਮਸ਼ੱਕਤ ਆ। ਜੇ ਸੰਗਤ ਵਿੱਚ ਆ ਕੇ ਮਸ਼ੱਕਤ ਹੀ ਨਾ ਕੀਤੀ। ਹਾਂ, ਆਪਾਂ ਬਾਜ਼ਾਰ ਵਿੱਚ ਆਏ ਹਾਂ, ਹੈ ਨਾ, ਬਾਜ਼ਾਰ ਵਿੱਚ ਆ ਕੇ ਆਪਾਂ ਕੁਛ ਖਰੀਦਣ ਵਾਸਤੇ ਹੀ ਆਏ ਹਾਂ। ਸਾਧ ਸੰਗਤ ਵੀ ਇੱਕ ਹੱਟੀ ਹੈ, ਇੱਕ ਐਸੀ ਦੁਕਾਨ ਹੈ ਜਿੱਥੋਂ ਆਪਾਂ ਖਰੀਦਣ ਵਾਸਤੇ ਆਏ ਹਾਂ। ਕੋਈ ਨਾਮ ਖਰੀਦੂਗਾ, ਕੋਈ ਮਨ ਦੀ ਸ਼ਾਂਤੀ ਖਰੀਦੂਗਾ, ਕੋਈ ਦੁਨੀਆ ਦੀ ਦਾਤ ਮੰਗੇਗਾ। ਸੋ ਉਹ ਤਦੇ ਹੀ ਸੰਭਵ ਹੈ ਜੇ ਅਸੀਂ ਆਪਣੇ ਆਪ 'ਤੇ ਫੋਕਸ ਕਰਾਂਗੇ। ਜੇ ਆਪਣੇ ਆਪ 'ਤੇ ਫੋਕਸ ਨਾ ਕੀਤਾ ਫਿਰ ਸਾਨੂੰ ਕੁਝ ਨਹੀਂ ਮਿਲਣਾ ਜੀ। ਇਹ ਤੱਟ ਤੀਰਥ ਹੈ। ਤੱਟ ਤੀਰਥ 'ਤੇ ਆਉਣ ਦੇ ਨਾਲ ਹੀ ਮਨ ਨਹੀਂ ਪਤੀਜ ਜਾਂਦਾ ਹੈ। ਉਹ ਜੇ ਅਸੀਂ ਚਾਰ ਅਚਾਰ 'ਚ ਉਲਝ ਗਏ ਵੀ ਉਹਨੇ ਚੰਗਾ ਕੀਤਾ ਮਾੜਾ ਕੀਤਾ, ਚੰਗਾ ਮੰਦਾ ਬੰਦਾ ਪਰਖਣ ਲੱਗ ਪਏ, ਫਿਰ ਅਸੀਂ ਉਲਝ ਜਾਵਾਂਗੇ, ਕੁਝ ਪੱਲੇ ਨਹੀਂ ਪੈਣਾ। ਕਬੀਰ ਸਾਹਿਬ ਜੀ ਕਹਿੰਦੇ ਨੇ ਪਾਪ ਪੁੰਨ ਦੋਏ ਇੱਕ ਸਮਾਨ। ਕਬੀਰ ਸਾਹਿਬ ਜੀ ਕਹਿੰਦੇ ਮੇਰੇ ਹਿਸਾਬ ਨਾਲ ਤਾਂ ਪਾਪ ਅਤੇ ਪੁੰਨ ਇੱਕੋ ਜਿਹਾ ਹੀ ਹੈ। ਉਹਨਾਂ ਦੀ ਥਿੰਕਿੰਗ ਉਹ ਕਿੱਦਾਂ ਇਹ ਨਹੀਂ ਵੀ ਅਸੀਂ ਇਸ ਬਾਣੀ ਦੇ ਇਸ ਪੰਕਤੀ 'ਤੇ ਅਸੀਂ ਧਾਰਨ ਨਹੀਂ, ਸਾਡੀ ਅਵਸਥਾ ਨਹੀਂ ਅਤੇ ਅਸੀਂ ਰੱਜ ਕੇ ਪਾਪ ਕਰੀ ਜਾਓ। ਕਹਿੰਦੇ ਕੋਈ ਨਹੀਂ, ਪੁੰਨ ਅਤੇ ਪਾਪ ਇੱਕੋ ਜਿਹਾ ਨਹੀਂ।
ਗੁਰਬਾਣੀ ਦੀ ਇੱਕ ਇੱਕ ਪੰਕਤੀ ਅਵਸਥਾ ਦੇ ਹਿਸਾਬ ਦੇ ਨਾਲ ਸਾਨੂੰ ਉਪਦੇਸ਼ ਦਿੰਦੀ ਹੈ। ਮੈਂ ਕਿਹੜੀ ਅਵਸਥਾ ਦੇ ਉੱਤੇ ਹੈ, ਉਸ ਹਿਸਾਬ ਨਾਲ ਮੈਨੂੰ ਉਪਦੇਸ਼ ਮਿਲ ਜਾਂਦਾ। ਕਬੀਰ ਦੀ ਅਵਸਥਾ, ਜਿੱਥੇ ਕਬੀਰ ਸਾਹਿਬ ਜੀ ਦੀ ਅਵਸਥਾ ਕਹੀ ਹੋਈ ਹੈ, ਉਹ ਕਹਿੰਦੇ ਮੇਰੇ ਹਿਸਾਬ ਦੇ ਨਾਲ ਪਾਪ ਵੀ ਉਹੋ ਜਿਹਾ ਅਤੇ ਪੁੰਨ ਵੀ ਉਹੋ ਜਿਹਾ। ਕਿੱਦਾਂ? ਇਹਦੇ ਜਦੋਂ ਬੰਦਾ ਪਾਪ ਕਰਦਾ ਤੇ ਉਹਦਾ ਫਲ ਮਿਲਦਾ ਨਾ। ਉਹਦਾ ਫਲ ਕੀ ਮਿਲਿਆ? ਦੁੱਖ। ਮਹਾਰਾਜ ਕਹਿੰਦੇ ਦੱਦਾ ਦੋਸ਼ ਨਾ ਦੇਉ ਕਿਸੇ, ਦੋਸ਼ ਕਰਮਾ ਆਪਣੇ, ਜੋ ਮੈਂ ਕੀਆ ਸੋ ਮੈਂ ਪਾਇਆ। ਫਲ ਮਿਲ ਗਿਆ। ਜਦੋਂ ਸਾਨੂੰ ਕੀਤੇ ਹੋਏ ਮਾੜੇ ਕਰਮ ਦਾ ਫਲ ਮਿਲ ਜਾਂਦਾ, ਉਹ ਪਾਪ ਖਤਮ ਹੋ ਜਾਂਦਾ ਹੈ। ਹੁਣ ਆ ਗਿਆ ਪੁੰਨ। ਪੁੰਨ ਦਾ ਫਲ ਕੀ ਹੈ? ਸੁੱਖ। ਪੁੰਨ ਦਾ ਫਲ ਸੁੱਖ ਮਿਲ ਗਿਆ ਹੈ। ਅਤੇ ਜਦੋਂ ਸੁੱਖ ਨੂੰ ਮੈਂ ਭੋਗ ਲਿਆ, ਉਹ ਪੁੰਨ ਕਰਮ ਵੀ ਖਤਮ ਹੋ ਗਿਆ ਜੀ। ਪਾਪ ਵੀ ਗਿਆ ਅਤੇ ਪੁੰਨ ਵੀ ਗਿਆ। ਫਾਇਦਾ ਕੀ ਹੋਇਆ? ਹੁਣ ਇੱਥੇ ਕਬੀਰ ਸਾਹਿਬ ਨੇ ਗੱਲ ਕਰ ਦਿੱਤੀ, ਕਹਿੰਦੇ ਨਿਜ ਘਰ ਪਾਰਸ। ਇੱਥੇ ਲਿਖਿਆ ਪਾਰਸ ਹੈ, ਪਰ ਅਰਥ ਕਰਨ ਲੱਗੇ ਆਪਾਂ ਨੂੰ ਥੋੜ੍ਹਾ ਵੱਖ ਕਰਨਾ ਪਵੇਗਾ। ਪਾ ਰਸ ਇੱਦਾਂ ਕਹਿਣਾ ਪਵੇਗਾ, ਨਹੀਂ ਤਾਂ ਵੀ ਪਾਰਸ ਲੱਭਦੇ ਫਿਰਾਂਗੇ। ਪਾਰਸ ਇੱਕ ਵੱਟੀ ਹੁੰਦੀ ਨਾ, ਜਿਹਨੂੰ ਘਸਾਓ ਜਦੋਂ ਲੋਹੇ ਦੇ ਉੱਤੇ, ਤਾਂਬੇ ਤੇ ਜਦੋਂ ਸੋਨਾ ਬਣਾਉਂਦੀ ਹੈ, ਅਤੇ ਐਵੇਂ ਪਾਰਸ ਲੱਭਦੇ ਫਿਰਾਂਗੇ ਵੀ ਆਪਣੇ ਘਰ ਵਿੱਚ ਪਾਰਸ ਚਾਹੀਦਾ। ਨਹੀਂ, ਜਿੱਦਾਂ ਰਵਿਦਾਸ ਜੀ ਦੀ ਗੱਲ ਆਉਂਦੀ, ਉਹ ਇੱਕ ਸਾਧੂ ਨੇ ਆਣ ਕੇ ਉਹਨੂੰ ਪਾਰਸ ਦਿੱਤਾ ਹੈ। ਰਵਿਦਾਸ ਜੀ ਕਹਿੰਦੇ ਮੇਰੇ ਕੋਲ ਪਾਰਸ ਹੈ। ਰਵਿਦਾਸ ਜੀ ਕਹਿੰਦੇ ਮੇਰੇ ਕੋਲ ਪਾਰਸ ਹੈ। ਭਾਵ ਪਾ ਰਸ, ਪਾ ਲਿਆ ਗੁਰਬਾਣੀ ਦੇ ਰਸ ਨੂੰ। ਜਿਸ ਨੇ ਪਾ ਲਿਆ, ਜਿਸ ਨੇ ਨਾਮ ਦੇ ਰਸ ਨੂੰ ਪਾ ਲਿਆ, ਇਹਦਾ ਮਤਲਬ ਉਹਦੇ ਕੋਲ ਪਾਰਸ ਹੈ। ਕਬੀਰ ਸਾਹਿਬ ਜੀ ਦੇ ਕੋਲ ਪਾਰਸ ਹੈ, ਕਿਉਂਕਿ ਉਹ ਜਿਹੜੀ ਬਾਣੀ ਪੜ੍ਹਦੇ ਨੇ, ਬਾਣੀ ਉਚਾਰਦੇ ਨੇ, ਨਾਮ ਜਪਦੇ ਨੇ, ਉਹ 'ਚ ਉਹਨਾਂ ਨੂੰ ਰਸ ਆਉਂਦਾ। ਹੁਣ ਜਿਹੜੇ ਗੁਰਸਿੱਖ ਇੱਦਾਂ ਦੇ ਨੇ, ਇਹ ਤਾਂ ਹੋ ਨਹੀਂ ਸਕਦਾ ਭਾਈ। ਸੋ ਅੱਜ ਦੇ ਸਮੇਂ ਦੇ ਵਿੱਚ ਕਿਸੇ ਨੂੰ ਰਸ ਨਾ ਆਉਂਦਾ ਹੋਵੇ, ਹੋ ਹੀ ਨਹੀਂ ਸਕਦਾ। ਮਹਾਰਾਜ ਜੀ ਕਹਿੰਦੇ ਜੁਗ ਜੁਗ ਭਗਤ ਪਾਇਆ। ਆਦਿ ਕਾਲ ਤੋਂ ਜਦੋਂ ਦੀ ਸ੍ਰਿਸ਼ਟੀ ਚੱਲੀ ਹੈ ਭਾਈ, ਉਹਦੇ ਨਾਮ 'ਚੋਂ ਰਸ ਜਿਨ੍ਹਾਂ ਨੂੰ ਆਉਂਦਾ, ਜਿਨ੍ਹਾਂ ਨੇ ਰਸ ਪਾਇਆ, ਉਹ ਹੈਗੇ ਆ। ਉਹਨਾਂ ਕਰਕੇ ਇਹ ਸਾਰਾ ਸਿਸਟਮ ਜਿਹੜਾ ਕਾਇਮ ਹੈ। ਕਬੀਰ ਸਾਹਿਬ ਕਹਿੰਦੇ ਨਿਜ ਘਰ ਪਾ ਰਸ। ਮੇਰੇ ਘਰ ਦੇ ਵਿੱਚ, ਮੇਰੇ ਆਪਣੇ ਹਿਰਦੇ ਘਰ ਦੇ ਵਿੱਚ ਰਸ ਆ, ਮੈਨੂੰ ਰਸ ਮਿਲਦਾ। ਮੈਂ ਜਦੋਂ ਰਾਮ ਕਹਿੰਦਾ ਮੈਨੂੰ ਰਸ ਮਿਲਦਾ। ਤਦੇ ਕਬੀਰ ਸਾਹਿਬ ਜੀ ਨੇ ਕਿਹਾ ਸੀ ਨਾ ਲੋਈ ਨੂੰ, ਕਹਿੰਦੇ 3 ਵਾਰੀ ਰਾਮ ਕਹਿਣ ਦੀ ਕੀ ਲੋੜ ਸੀ? ਕਹਿੰਦੇ ਇੱਕੇ ਵਾਰ ਨਾਲ ਗੱਲ ਬਣ ਜਾਂਦੀ ਹੁੰਦੀ। ਕਿਉਂਕਿ ਹੈ ਉਹ ਤਾਂ ਇੱਕ ਕਿਣਕਾ ਵੀ ਦੇ ਦੇਵੇ ਕੋਈ ਐਸਾ ਰਸ ਵਾਲਾ, ਅਤੇ ਉਹਨੂੰ ਪ੍ਰਾਪਤ ਹੋ ਜਾਂਦਾ ਜੀ। ਨਿਜ ਘਰ ਪਾ ਰਸ, ਕਹਿੰਦੇ ਮੇਰੇ ਕੋਲ ਉਹ ਰਸ ਹੈ। ਇਸ ਕਰਕੇ ਤਜਹੁ ਗੁਣਾਨ, ਮੈਂ ਹੋਰ ਬਾਕੀ ਗੁਣ ਛੱਡ ਦਿੱਤੇ, ਬਾਕੀ ਪਾਸੇ ਖਿਆਲ ਹੀ ਛੱਡ ਦਿੱਤਾ। ਅੱਛਾ, ਇੱਕ ਇਸ ਪੰਕਤੀ ਦੇ ਵਿੱਚ ਪਾਰਸ ਨੂੰ ਪ੍ਰਾਪਤ ਕਰਨ ਦੀ ਇੱਕ ਵਿਧੀ ਵੀ ਹੈ ਜੀ। ਇਸੇ ਪੰਕਤੀ ਵਿੱਚ ਹੈ, ਕਹਿੰਦੇ ਨਿਜ ਘਰ ਪਾ ਰਸ। ਵੀ ਆਪਣੇ ਘਰ ਵਿੱਚੋਂ ਰਸ ਕਿੱਦਾਂ ਪ੍ਰਾਪਤ ਹੁੰਦਾ, ਇੱਕ ਵਿਧੀ ਵੀ ਦੱਸ ਦੇ ਦਿੱਤੀ। ਉਹ ਵਿਧੀ ਕੀ ਹੈ? ਕਹਿੰਦੇ ਤਜਹੁ ਗੁਣ ਆਨ। ਆਣ ਗੁਣ ਕਿਹੜੇ ਨੇ? ਮਾਇਆ ਦੇ 3 ਗੁਣ। ਜਿੰਨਾ ਚਿਕਰ ਆਪਾਂ ਰਾਜਗੁਣ, ਤਮ ਗੁਣ, ਸਤਗੁਣ, ਇਹ ਮਾਇਆ ਦੇ 3 ਗੁਣਾਂ ਦਾ ਤਿਆਗ ਨਹੀਂ ਕਰਦੇ, ਉਹਨਾਂ ਚਿਕਰ ਆਪਾਂ ਆਪਣੇ ਨਿਜ ਘਰ ਦੇ ਵਿੱਚੋਂ ਰਸ ਨਹੀਂ ਪ੍ਰਾਪਤ ਕਰ ਸਕਦੇ। ਉਹਨਾਂ ਚਿਕਰ ਪਾਰਸ ਨਹੀਂ ਪ੍ਰਾਪਤ ਹੋ ਸਕਦਾ। ਸੋ ਇਹ ਤਜਹੁ ਗੁਣ ਆਨ, ਇਹ 3 ਗੁਣਾਂ ਦਾ ਸਾਨੂੰ ਤਿਆਗ ਹੀ ਕਰਨਾ ਪਵੇਗਾ। ਨਹੀਂ 3 ਗੁਣ ਤਿਆਗੇ ਜਾਂਦੇ। ਸੋ 3 ਗੁਣਾਂ ਦਾ ਤਿਆਗ ਕਰਨ ਦੀ ਸਭ ਤੋਂ ਸੌਖੀ ਵਿਧੀ ਜਿਹੜੀ ਹੈ, ਉਹ ਹੁੰਦੀ ਪਈ ਸਾਨੂੰ 7 ਗੁਣ 'ਤੇ ਟਿਕਣਾ ਪੈਣਾ। ਜਦੋਂ ਆਪਾਂ ਗਿੱਝੇ ਹੋਏ ਹਾਂ 3 ਗੁਣਾਂ ਦੇ ਵਿੱਚ, ਇੱਕ ਟਰਾਈਐਂਗਲ ਹੈ, ਅਸੀਂ ਗਿੱਝ ਗਏ। ਕਦੀ ਰਾਜ 'ਚ, ਤਮ, ਸਤ, ਤਿੰਨਾਂ 'ਚ ਆਪਾਂ ਗਿੱਝ ਗਏ। ਸਾਰਾ ਸੰਸਾਰ 3 ਗੁਣਾਂ 'ਚ ਉਲਝ ਗਿਆ। ਅਸੀਂ ਇੱਕ ਗੁਣ 'ਤੇ ਖੜਨਾ ਹੁੰਦਾ ਹੈ, ਇੱਕ ਗੁਣ 'ਤੇ ਖੜਨਾ ਪਵੇਗਾ ਜੀ, 3 ਗੁਣਾਂ 'ਚੋਂ ਨਿਕਲਣਾ ਜੀ। ਉਹ ਗੁਣ ਕਿਹੜਾ? ਉਹ 7 ਗੁਣ ਹੈ ਜੀ। 7 ਗੁਣ 'ਤੇ ਖੜਨਾ ਪੈਣਾ। ਜਿਹਨੂੰ ਕਹਿੰਦੇ ਦਰਮਾਨ ਦੇ ਠਾਂਡੇ ਦਰਬਾਰ, ਦਰਬਾਰ ਦੇ ਉੱਤੇ ਖੜਨਾ ਆਪਾਂ, ਹਾਂਜੀ। ਸੋ ਜਦੋਂ ਪੌੜ ਦੇ ਉੱਤੇ, ਦਰ ਦੇ ਉੱਤੇ ਖੜ ਜਾਈਏ, ਅਤੇ ਫਿਰ ਆਪਾਂ ਆਪਣੇ ਆਪ ਹੀ ਉਹ ਬਾਂਹ ਪਕੜ, ਠਾਕੁਰਾਂ ਖੁਦ ਹੀ ਬਾਂਹ ਫੜ ਕੇ ਉਹ ਕੱਢ ਲੈਂਦਾ ਜਾਂ ਆਵਾਜ਼ ਮਾਰ ਦਿੰਦਾ। ਸੋ ਭਾਵ ਜਦ ਆਪਾਂ ਹਿਲਦੇ ਹੀ ਨਹੀਂ ਇੱਥੋਂ, ਉਹਦਾ ਦਰ ਹੀ ਮੰਨ ਲਿਆ। ਇਹਨਾਂ 3 ਗੁਣਾਂ ਤੋਂ ਬਾਹਰ ਨਿਕਲਣ ਵਾਸਤੇ ਦਰਵਾਜ਼ਾ ਤਾਂ ਹੋਵੇਗਾ ਹੀ। ਉਹ ਦਰਵਾਜ਼ਾ ਜਿਹੜਾ ਉਹ 7 ਗੁਣ ਦਾ ਆ। 7 ਗੁਣ ਕਿਹਨੂੰ ਕਹਿੰਦੇ ਆ? ਜਦੋਂ ਸਾਡੀ ਬੁੱਧੀ ਨੂੰ ਫਾਲੇ ਹੀ ਰੱਬ ਵਾਲੇ ਲੱਗਣੇ ਸ਼ੁਰੂ ਹੋ ਜਾਂਦੇ ਆ। ਬਾਣੀ ਪੜ੍ਹਨੀ ਹੈ, ਸਵੇਰੇ ਟਾਈਮ ਨਾਲ ਉੱਠਣਾ, ਰਾਤ ਨੂੰ ਟਾਈਮ ਨਾਲ ਸੌਣਾ, ਬਾਣੀ ਪੜ੍ਹ ਕੇ ਸੌਣਾ। ਸੋ ਇੰਝ ਗੁਰਬਾਣੀ ਸੁਣਨੀ ਹੈ, ਗੁਰਬਾਣੀ ਦੀ ਵਿਚਾਰ ਕਰਨੀ ਹੈ, ਕਿਸੇ ਦਾ ਚੰਗਾ ਕਰਨਾ, ਮਾੜਾ ਨਹੀਂ ਕਰਨਾ, ਚੰਗਾ ਸੋਚਣਾ, ਮਾੜਾ ਸੋਚਣਾ ਤੱਕ ਨਹੀਂ। ਇਹ ਸਾਰਾ 7 ਗੁਣ ਹੈ। ਕਿਸੇ ਦੁਖਿਆਰੀ ਦੀ ਮਦਦ ਕਰਨੀ, ਸਾਰਾ 7 ਗੁਣ ਹੈ ਜੀ। ਇੱਥੇ ਆਪਣੇ ਆਪ ਨੂੰ ਟਿਕਾਉਣਾ ਪਵੇਗਾ। ਜਿੰਨਾ ਚਿਕਰ ਅਸੀਂ 7 ਗੁਣ 'ਤੇ ਬਿਰਤੀ ਨਹੀਂ ਟਿਕਾਉਂਦੇ, ਉਨਾ ਚਿਕਰ ਅਸੀਂ ਕਦੀ ਵੀ ਪਰਮ ਪਦ ਤੀਕਰ ਨਹੀਂ ਪਹੁੰਚ ਸਕਦੇ।
ਸੋ ਇੱਥੇ ਮਹਾਰਾਜ ਕਬੀਰ ਸਾਹਿਬ ਜੀ ਨੇ ਸਾਨੂੰ ਜਿਹੜਾ ਪਾ ਰਸ ਵਾਲੀ ਗੱਲ ਕੀਤੀ ਹੈ ਨਾ, ਇਹ ਜੁਗਤੀ ਦੱਸ ਦਿੱਤੀ ਹੈ ਵੀ ਉਹ ਜਿਹੜਾ ਰਸ ਕਿੱਦਾਂ ਪ੍ਰਾਪਤ ਹੁੰਦਾ। ਕਹਿੰਦੇ ਤਿੰਨਾਂ ਗੁਣਾਂ ਦਾ ਖਹਿੜਾ ਛੱਡ ਦਿਓ, ਆਪੇ ਅੰਦਰੋਂ ਕਹਿੰਦੇ ਉਹ ਰਸ ਪ੍ਰਾਪਤ ਹੋ ਜਾਊਗਾ। ਕਬੀਰ ਨਿਰਗੁਣ ਨਾਮ ਨਾ ਰੋਸ, ਇੱਥੇ ਕੀ ਪੜ੍ਹ ਜਾਂਦੇ ਆ? ਕਬੀਰ ਨਿਰਗੁਣ। ਉੱਥੇ ਕਿ ਕਬੀਰ ਨਿਰਗੁਣ ਪੜ੍ਹ ਜਾਂਦੇ ਆ। ਖੈਰ ਅਰਥ ਕਰਨ ਵਾਲੇ ਜਿਹੜੇ ਗਿਆਨੀ ਹੁੰਦੇ ਤਾਂ ਉਹ ਤਾਂ ਆਪਣੇ ਹਿਸਾਬ ਨਾਲ ਇਹਨੂੰ ਵੀ ਸਿੱਧ ਕਰ ਦਿੰਦੇ ਆ, ਪਰ ਸੋ ਆਪਾਂ ਇਹਨੂੰ ਕਿ ਨਿਰਗੁਣ ਨਾਮ ਹੀ ਹੁੰਦਾ। ਜਿਹੜਾ ਨਿਰਗੁਣ ਹੈ ਉਹ ਨਾਮ ਆ। ਨਿਰਗੁਣ ਨਾਮ ਇਕੱਠਾ ਪੜ੍ਹਨਾ ਚਾਹੀਦਾ ਆਪਾਂ ਨੂੰ, ਨਿਰਗੁਣ ਨਾਮ। ਸੋ ਕਿਉਂਕਿ ਜਿਹੜਾ ਨਾਮ ਆ ਉਹਦਾ ਉਹ ਤਿੰਨਾਂ ਗੁਣਾਂ ਤੋਂ ਉੱਪਰ ਹੈ। ਜੇ ਇਹ ਨਿਰਗੁਣ ਨਾਮ ਮਿਲਦਾ ਹੀ ਉਸ ਨੂੰ ਹੈ ਜਿਹੜਾ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਂਦਾ ਹੈ। ਨਿਰਗੁਣ ਨਾਮ ਕਬੀਰ ਸਾਹਿਬ ਜੀ ਕਹਿੰਦੇ ਨਿਰਗੁਣ ਨਾਮ ਉਹਨੂੰ ਜਪਿਆ ਕਰੋ। ਅੱਛਾ, ਇਹ ਕਿੱਦਾਂ ਜਪ ਹੁੰਦਾ? ਵੀ ਕਿੱਦਾਂ ਜਪ ਹੁੰਦਾ ਉਹ ਵੀ ਜੁਗਤੀ ਦੱਸ ਦਿੱਤੀ। ਕਹਿੰਦੇ ਨਾ ਰੋਸ, ਅਗਰ ਮਨ ਵਿੱਚ ਰੋਸ ਕਰਾਂਗੇ ਨਾ ਤੇ ਰੋਸ ਤੋਂ ਭਾਵ ਹੁੰਦਾ ਤੇ ਮਨ ਮੋਟਾ ਕਰ ਲੈਣਾ। ਅਸੀਂ ਗੁਰੂ ਦੇ ਨਾਲ ਰੋਸ ਕਰਦੇ ਨਾ, ਜਦੋਂ ਸਾਡੀ ਅਰਦਾਸ ਨਹੀਂ ਪੂਰੀ ਹੁੰਦੀ, ਅਸੀਂ ਚਾਹੁੰਦੇ ਕੁਝ ਹੋਰ ਸੀ, ਮਿਲ ਕੁਝ ਹੋਰ ਗਿਆ। ਅਸੀਂ ਤਾਂ ਮੰਗ ਤਾਂ ਸਾਡੀ ਕੋਈ ਹੋਰ ਸੀ, ਫਿਰ ਰੋਸ ਹੁੰਦਾ ਹੈ। ਮਹਾਰਾਜ ਮੰਗਿਆ ਤਾਂ ਆਹ ਸੀਗਾ, ਇੰਨਾ ਚਿਰ ਬਾਣੀ ਵੀ ਪੜ੍ਹੀ ਹੈ, ਸਤਸੰਗ ਵੀ ਕੀਤਾ, ਸਭ ਕੁਝ ਕਰਦੇ ਰਹੇ, ਫਿਰ ਨਹੀਂ ਪ੍ਰਾਪਤ। ਰੋਸ ਸਭ ਤੋਂ ਮਾੜਾ ਹੁੰਦਾ ਜੀ, ਰੋਸ ਨਹੀਂ ਕਰਨਾ ਚਾਹੀਦਾ। ਰੋਸ ਨਾ ਕੀਜੈ, ਮਹਾਰਾਜ ਕਹਿੰਦੇ ਰੋਸ ਨਾ ਕਰ, ਰੋਸ ਨਹੀਂ ਕਰਨਾ ਚਾਹੀਦਾ। ਜੇ ਰੋਸ ਕਰਦੇ ਆ ਉਹਦੇ 'ਤੇ ਫਿਰ ਸਮਝ ਲਓ ਗੁਰੂ ਦੀ ਨਾਰਾਜ਼ਗੀ ਹੈ। ਰੋਸ ਨਹੀਂ ਕਰਨਾ। ਜੇ ਰੋਸ ਕਰਦੇ ਫਿਰ ਪੱਲੇ ਕੁਝ ਨਹੀਂ ਪੈਂਦਾ। ਸੋ ਇਸ ਕਰਕੇ ਕਹਿੰਦੇ ਨਾ ਰੋਸ। ਜਿਹੜਾ ਨਾਮ ਹੈ ਇਹ ਨਿਰਗੁਣ ਹੈ, ਇਹਨੂੰ ਜਪੇਗਾ ਤੂੰ ਵੀ ਨਿਰਗੁਣ ਤੋਂ, ਤੂੰ ਵੀ ਨਿਰਗੁਣ ਵਿੱਚ ਆ ਜਾਵੇਂਗਾ, ਤਿੰਨਾਂ ਗੁਣਾਂ ਤੋਂ ਉੱਪਰ ਉੱਠ ਜਾਵੇਂਗਾ। ਕੌਣ ਕਹਿੰਦਾ? ਕਬੀਰ ਜੀ ਕਹਿ ਰਹੇ ਨੇ। ਜਿਹੜੇ ਨਿਰਗੁਣ ਤੋਂ ਨਿਰਗੁਣ ਰੂਪ ਹੋ ਗਏ, ਤਿੰਨਾਂ ਗੁਣਾਂ ਤੋਂ ਉੱਪਰ ਉੱਠ ਗਏ, ਉਹ ਰੋਸ ਨਹੀਂ ਕਰਦੇ। ਕਬੀਰ ਜੀ ਨੂੰ ਆਪਣੀ ਲਾਈਫ ਦੇ ਨਾਲ ਕੋਈ ਰੋਸ ਨਹੀਂ ਹੈ। ਉਹਨਾਂ ਨੇ ਕੋਈ ਰੋਸ ਨਹੀਂ ਕੀਤਾ ਆਪਣੇ ਆਪ ਦੇ ਨਾਲ। ਕਬੀਰ ਨਿਰਗੁਣ ਨਾਮ ਨਾ ਰੋਸ, ਇਸ ਪਰ ਚਾਏ ਪਰਚ ਰਹੋ ਏਸ। ਉਹ ਕਹਿੰਦੇ ਮੈਂ ਤਾਂ ਨਾਮ ਦੇ ਵਿੱਚ ਪਰਚਿਆ ਰਹਿਣਾ, ਪਰਚ ਰਹੋ ਏਸ। ਮੈਂ ਨਾਮ ਵਿੱਚ ਪਰਚਦਾ ਤੇ ਨਾਮ ਮੈਨੂੰ ਪਰਚਾਉਂਦਾ। ਮੈਂ ਨਾਮ ਨੂੰ ਜਪਦਾ, ਨਾਮ ਮੈਨੂੰ ਜਪਦਾ। ਪਾਛੇ ਲੱਗੋ ਹਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਨਾਮ ਮੈਨੂੰ ਜਪਦਾ ਭਾਵ ਨਾਮ ਮੇਰੀ ਰੱਖਿਆ ਕਰਦਾ, ਉਹ ਮੇਰੇ ਪਿੱਛੇ ਮੈਂ ਕੁਝ ਗਲਤ ਨਾ ਕਰਾਂ, ਕਿਸੇ ਪਾਸੇ ਨਾ ਜਾਵਾਂ। ਮੈਂ ਤਾਂ ਜਿੱਦਾਂ ਗੁਰਬਾਣੀ ਵਿੱਚ ਪਰਚੇ ਰਹਿਣਾ। ਜਿਹੜਾ ਗੁਰੂ ਕਾ ਸਿੱਖ ਗੁਰਬਾਣੀ ਦੇ ਵਿੱਚ ਪਰਚਿਆ ਰਹਿੰਦਾ ਹੈ ਅਤੇ ਗੁਰਬਾਣੀ ਜਿਹੜੀ ਆ ਗੁਰੂ ਕੇ ਸਿੱਖ ਨੂੰ ਆਪਣੇ ਵਿੱਚ ਪਰਚਾ ਕੇ ਰੱਖਦੀ, ਇਹਨੂੰ ਬਾਹਰ ਨਹੀਂ ਕਿਤੇ ਜਾਣ ਦਿੰਦੀ। ਸੋ ਇਹ ਗੁਰੂ ਸਾਹਿਬ ਜੀ ਦਾ ਸਿੱਖ ਦੇ ਨਾਲ ਵਾਅਦਾ ਹੋ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇਹ ਸ਼ਬਦ ਕਬੀਰ ਸਾਹਿਬ ਜੀ ਦਾ। ਸੋ 325 ਅੰਕ 'ਤੇ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੌੜੀ ਰਾਗ ਦੇ ਵਿੱਚ ਇਹ ਸ਼ਬਦ ਹੈ। ਸੋ ਜਿਸ ਦੀ ਵਿਚਾਰ ਜਿਵੇਂ ਸਤਿਗੁਰੂ ਜੀ ਨੇ ਕਿਰਪਾ ਕੀਤੀ ਉਸੇ ਅਨੁਸਾਰ ਵਿਚਾਰ ਆਪ ਜੀ ਦੇ ਨਾਲ ਸਾਂਝੀ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਵਿੰਦਰ ਸਿੰਘ ਜੀ ਜਿਨ੍ਹਾਂ ਨੇ ਆਪ ਜੀ ਨੂੰ ਲੜੀਵਾਰ ਕਥਾ ਦੁਆਰਾ ਨਿਹਾਲ ਕੀਤਾ ਹੈ। ਦਾਸ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਆਪ ਨੂੰ ਇੱਕ ਦਫਾ ਫਿਰ ਬੇਨਤੀ ਹੈ ਕਿ ਥੱਲੇ ਲੰਗਰ ਹਾਲ ਦਾ ਜੋ ਕੰਮ ਚੱਲ ਰਿਹਾ ਹੈ, ਲੇਬਰ ਲੱਗੀ ਹੋਈ ਹੈ। ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ ਕਿ ਜੋ ਅੱਜ ਦਾ ਲੰਗਰ ਹੈ ਉਹ ਟੈਂਟ ਵਿੱਚ ਲਗਾਇਆ ਗਿਆ ਹੈ। ਸੋ ਟੈਂਟ ਵਿੱਚ ਜਾ ਕੇ ਲੰਗਰ ਛਕਣ ਦੀ ਕਿਰਪਾਲਤਾ ਕਰਨੀ। ਮੇਰਾ ਕੋਈ ਵੀ ਵੀਰ ਥੱਲੇ ਲੰਗਰ ਹਾਲ ਵਿੱਚ ਜਾਣ ਦੀ ਕਿਰਪਾਲਤਾ ਨਾ ਕਰੇ, ਕਿਉਂਕਿ ਉਹ ਜੋ ਲੇਬਰ ਹੈ ਉਹ ਡਿਸਟਰਬ ਹੁੰਦੀ ਹੈ ਔਰ ਉਸ ਕੰਮ ਛੱਡ ਕੇ ਜਾਣ ਦੀ ਤਿਆਰੀ ਕਰ ਲੈਂਦੇ ਹਨ। ਜ਼ਰੂਰੀ ਹੈ ਕਿ ਆਪਾਂ ਨੂੰ ਜੋ ਹੈ ਜਲਦੀ ਤੋਂ ਜਲਦੀ, ਆਪਾਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦ ਕੰਮ ਨੂੰ ਸਮੇਟਿਆ ਜਾਏ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ। ਸੋ ਅੱਜ ਆਪ ਸਾਰੇ ਜਾਣਦੇ ਹੋ, ਇਸ ਹਫ਼ਤੇ ਵੀ ਬੀਬੀਆਂ ਦੀ ਸੰਗਤ ਵੱਲੋਂ ਤੀਜੇ ਪਾਤਸ਼ਾਹ ਸਾਹਿਬ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿਛਲੇ ਐਤਵਾਰ ਅਖੰਡ ਪਾਠ ਆਰੰਭ ਹੋਏ ਸਨ, ਜਿਨ੍ਹਾਂ ਦੇ ਮੰਗਲਵਾਰ ਨੂੰ ਭੋਗ ਪਾਏ ਗਏ ਸਨ। ਸੋ ਬੀਬੀਆਂ ਦੀ ਸੰਗਤ ਵੱਲੋਂ ਸਾਰੇ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਦਿਹਾੜੇ ਨੂੰ ਅਖੰਡ ਪਾਠ ਰੱਖ ਕੇ ਮਨਾਇਆ ਜਾਂਦਾ ਹੈ। ਸੋ ਬੀਬੀਆਂ ਦੀ ਸੰਗਤ ਦੇ ਆਪਾਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਬੀਬੀਆਂ
ਦਾ ਇਕੱਠ ਇੱਕ ਦੂਸਰੇ ਦੇ ਨਾਲ ਇਕੱਤਰ ਹੋ ਕੇ ਜੋ ਆਪਾਂ ਮਨ ਤੇ ਤਨ ਦੇ ਨਾਲ ਜੋ ਬੀਬੀਆਂ ਦੀ ਸੇਵਾ ਚੱਲ ਰਹੀ ਹੈ, ਸੋ ਸਾਡਾ ਫਰਜ਼ ਬਣਦਾ ਹੈ ਕਿ ਬੀਬੀਆਂ ਦੀ ਸੰਗਤ ਦੇ ਨਾਲ ਆਪਾਂ ਸਹਿਯੋਗ ਦਈਏ ਔਰ ਉਹਨਾਂ ਨੂੰ ਹੌਸਲਾ ਅਫਜ਼ਾਈ ਕਰੀਏ ਕਿ ਅਗਾਂਹ ਵੀ ਜੋ ਇਸੇ ਤਰ੍ਹਾਂ ਵੱਧ ਚੜ੍ਹ ਕੇ ਜੋ ਆਪਾਂ ਗੁਰੂ ਮਹਾਰਾਜ ਦੇ ਪੁਰਬ ਹੈ ਉਹਨਾਂ ਨੂੰ ਮਨਾਉਂਦੇ ਰਹੀਏ। ਸੋ ਇਸੇ ਸੰਬੰਧ ਵਿੱਚ ਬੀਬੀਆਂ ਦੀ ਸੰਗਤ ਦੇ ਜੋ ਮੈਂਬਰ ਹਨ ਉਹਨਾਂ ਨੂੰ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੇ ਪਾਓ ਸਾਧ ਸੰਗਤ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਦਿੱਤੇ ਜਾਣਗੇ। ਸੋ ਮੈਂ ਬੀਬੀਆਂ ਦੀ ਸੰਗਤ ਦੇ ਇਨਾਮ ਅਨਾਉਂਸ ਕਰੂੰਗਾ। ਸੋ ਸਾਰੀਆਂ ਬੀਬੀਆਂ ਨੂੰ ਬੇਨਤੀ ਹੈ ਕਿ ਉਹ ਮਹਾਰਾਜ ਦੇ ਸਨਮੁਖ ਆ ਕੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨੂੰ ਸਵੀਕਾਰ ਕਰਨ। ਸੋ ਬੇਨਤੀ ਹੈ, ਸਭ ਤੋਂ ਪਹਿਲਾਂ ਮੈਂ ਬੀਬੀ ਰਾਜਵਿੰਦਰ ਕੌਰ ਜੀ ਜੋ ਬੀਬੀਆਂ ਦੀ ਸੰਗਤ ਦੇ ਮੁਖੀ ਵੀ ਹਨ ਔਰ ਇਹ ਆਪਣੀ ਡਿਊਟੀ ਨਿਭਾ ਰਹੇ ਹਨ, ਕਿਉਂਕਿ ਇਹਨਾਂ ਦੇ ਸਹਿਯੋਗ ਨਾਲ ਹੀ ਬਾਕੀ ਦੀਆਂ ਬੀਬੀਆਂ ਵੀ ਉਹ ਇਹਨਾਂ ਦੇ ਨਾਲ ਜੁੜੀਆਂ ਹੋਈਆਂ ਹਨ। ਸੋ ਮੈਂ ਬੀਬੀ ਰਾਜਵਿੰਦਰ ਕੌਰ ਨੂੰ ਬੇਨਤੀ ਕਰੂੰਗਾ ਕਿ ਆਪਣੇ ਨਾਲ ਦੀਆਂ ਬੀਬੀਆਂ ਜੋ ਉਹਨਾਂ ਨੂੰ ਵੀ ਨਾਲ ਲੈ ਕੇ ਸਟੇਜ 'ਤੇ ਆਉਣ ਔਰ ਭਾਈ ਦਵਿੰਦਰ ਸਿੰਘ ਨੂੰ ਬੇਨਤੀ ਹੈ ਔਰ ਪ੍ਰਧਾਨ ਸਾਹਿਬ ਨੂੰ ਬੇਨਤੀ ਹੈ ਕਿ ਇਹ ਸੇਵਾ ਨਿਭਾਉਣਗੇ ਔਰ ਮੇਰਾ ਜੋ ਕੀਰਤਨੀ ਜਥੇ ਹਨ ਉਹ ਵੀ ਜ਼ਰੂਰ ਇਹਨਾਂ ਦੇ ਨਾਲ ਸ਼ਮੂਲੀਅਤ ਕਰਨ ਤਾਂ ਕਿ ਉਹਨਾਂ ਦਾ ਹੌਸਲਾ ਅਫਜ਼ਾਈ ਹੋ ਸਕੇ। ਸੋ ਸਮੂਹ ਸਾਧ ਸੰਗਤ ਨੂੰ ਬੇਨਤੀ ਹੈ। ਸਰਜੀਤ ਇੱਕ ਕੱਢ ਕੇ ਫੜਾਈ ਜਾ ਲਾਗੇ ਹੋ ਜਾ ਲਾਗੇ ਤੁਸੀਂ ਲਾਗੇ ਇੱਥੇ ਲਾਗੇ ਖੜੇ ਹੋ ਸਾਰੇ ਬੋਲੇ ਸੋਨਿਆ। ਬੀਬੀ ਬਲਵੀਰ ਕੌਰ ਜੀ। ਬੋਲੇ ਸੋਨਿਹਾਲ। ਬੀਬੀ ਸ਼ਰਨਜੀਤ ਕੌਰ ਜੀ। ਸਤਿ ਸ੍ਰੀ ਅਕਾਲ। ਬੀਬੀ ਚਰਨਜੀਤ ਕੌਰ। ਸੋਨਿਹਾਲ। ਬੀਬੀ ਜਸਵੀਰ ਕੌਰ। ਬੋਲੇ ਸੋਨਿਹਾਲ। ਬੀਬੀ ਸਿੰਦਰ ਕੌਰ। ਬੀਬੀ ਅਮਰਜੀਤ ਕੌਰ। ਬੋਲੇ ਸੋਨਿਹਾਲ। ਬੀਬੀ ਸਰਜੀਤ ਕੌਰ। ਬੋਲੇ ਸੋਨਿਹਾਲ। ਬੀਬੀ ਮਨਜੀਤ ਕੌਰ। ਅਮਰਜੀਤ ਹੈ। ਬੋਲੇ ਸੋਨਿਹਾਲ। ਬੀਬੀ ਅਮਰਜੀਤ ਕੌਰ। ਬੋਲੇ ਸੋਨਿਹਾਲ। ਸੋ ਸਭ ਬੀਬੀਆਂ ਜਿਨ੍ਹਾਂ ਨੇ ਗੁਰੂ ਘਰ ਵਿਖੇ ਤਨ ਮਨ ਅਤੇ ਧਨ ਦੇ ਨਾਲ ਬੀਬੀਆਂ ਸਾਰੀਆਂ ਸੇਵਾ ਕਰ ਰਹੀਆਂ ਹਨ। ਲਾਗੇ ਹੋ ਸਾਰੀਆਂ ਇੱਥੇ ਲਾਗੇ ਆ ਜੀ। ਚਲੋ ਬਸ ਬੀਬੀ ਨੂੰ ਅੱਗੇ ਕਰ ਲਓ।
ਸੋ ਨਿਹਾਲ ਸਤਿ ਸ੍ਰੀ ਅਕਾਲ। ਸੋ ਇਹ ਬੀਬੀਆਂ ਦੀ ਸੰਗਤ ਜਿਨ੍ਹਾਂ ਨੇ ਪਿਛਲੇ ਸਾਲਾਂ ਵਿੱਚ ਵੀ ਲਗਾਤਾਰ ਜੋ ਹੈ ਇਹ ਸੇਵਾ ਕਰ ਰਹੀਆਂ ਹਨ। ਸੋ ਕਮੇਟੀ ਵੱਲੋਂ ਇਹਨਾਂ ਨੂੰ ਜੋ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਅ ਦਿੱਤੇ ਗਏ ਹਨ, ਸੋ ਇਹਨਾਂ ਨੇ ਕਬੂਲ ਕੀਤੇ ਹਨ। ਸੋ ਗੁਰੂ ਮਹਾਰਾਜ ਕਿਰਪਾ ਕਰਨ ਇਹਨਾਂ ਦੇ ਇਸੇ ਤਰ੍ਹਾਂ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਸੇਵਾ ਆਪ ਲੈਂਦੇ ਰਹਿਣ। ਸੋ ਆਓ ਹੁਣ ਸਮਾਂ ਹੈ ਭਾਈ ਜਰਨੈਲ ਸਿੰਘ ਦਾ ਕੀਰਤਨ ਜਥਾ ਜੋ ਆਪ ਜੀ ਨੂੰ 1:10 ਤੱਕ ਕੀਰਤਨ ਦੌਰਾਨ ਨਿਹਾਲ ਕਰਨਗੇ। ਮੈਂ ਜਥੇ ਨੂੰ ਬੇਨਤੀ ਕਰੂੰਗਾ ਕਿ ਸਟੇਜ 'ਤੇ ਆਉਣ ਔਰ ਕੀਰਤਨ ਦੌਰਾਨ ਸੰਗਤਾਂ ਨੂੰ ਨਿਹਾਲ ਕਰਨ। ਸੋ ਆਓ ਭਾਈ ਸਾਹਿਬ ਪਾਸੋਂ ਕੀਰਤਨ ਸਰਵਣ ਕਰੀਏ ਜੀ। ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਨੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸਜਨ ਸੁਹੇਲੇ। ਰਾਖੋ ਰਾਖਨ ਹਾਰ ਦਇਆਲਾ, ਨਾਨਕ ਕਰਕੇ ਗੋਲੇ। ਆਨੰਦ ਗੁਣ ਨਿਦਾਨ, ਗੁਰੂ ਗਰੀਬ ਨਿਵਾਜ, ਗਰੀਬ ਨਿਵਾਜ। ਅੰਚਲ ਗਹਿ ਕੈ ਸਾਧਕਾ, ਤਰਨਾ ਏ ਸੰਸਾਰ। ਅੰਚਲ ਗਹਿ ਕੈ ਸਾਧਕਾ, ਤਰਨਾ ਏ ਸੰਸਾਰ। ਅੰਚਲ ਗਹਿ ਕੈ ਸਾਧਕਾ, ਤਰਨਾ ਏ ਸੰਸਾਰ। ਪਾਰ ਬ੍ਰਹਮ ਅਰਾਧਿਐ,
अंचल गए साध का तरना ये संसार। अंचल गए साध का तरना ये संसार। पार ब्रह्म आराध्य पार ब्रह्म आराध्य उधर सब परवार। अंचल गए साध का तरना ये संसार। अंचल गए साध का तरना ये संसार। मीठे हर गुण गाओ जिंदू तू। मीठे हर गुण गाओ। मीठे हर गुण गाओ जिंदू तू। मीठे हर गुण गाओ। सच्चे से तीरथ सच्चे से तीरथ मिलन था वेता। मिलन था वेता। पार ब्रह्म आराध्य पार ब्रह्म आराध्य उधर सब परवार। अंचल गए साध का तरना ये संसार। अंचल गए साध का तरना ये संसार। होर साध सब फिके आ। तन मन फिका होए। होर साध सब फिके आ। तन मन फिका होए। बिन परमेश्वर जो करे। बिन परमेश्वर जो करे। भेट सो जीवन सोए। भेट सो जीवन सोए। आर ब्रह्म आराध्य पार ब्रह्म आराध्य उधर सब परवार। अंचल गए साध का तरना ये संसार। अंचल गए साध का तरना ये संसार। पार ब्रह्म आराध्य पार ब्रह्म
परवार। अंचल गए कै साध का करना ये संसार। अंचल गए कै साध का तरना ये संसार। साजन बंध सो मित्र सो हर नाम हृदय दे। साजन बंध सो मित्र सो हर नाम हृदय दे। औगुण सब मिटाए कै औगुण सब मिटाए कै पर उपकार करे। पर उपकार करे पर ब्रह्म आराध्य। पार ब्रह्म आराध्य उधर सब परवार। अंचल गए कै साध का तरना ये संसार। अंचल गए कै साध का तरना ये संसार। माल खजाना केहो कर हर के चरण निधान। माल खजाना केहो कर हर के चरण निधान। नानक जाचक दर तेरा नानक जाचक दर तेरा प्रभ तुध नो मंगदा। प्रभ तुध नो मंगदा पार ब्रह्म आराध्य। पार ब्रह्म आराध्य उधर सब परवार। अंचल गए कै साध का तरना ये संसार। अंचल गए कै साध का तरना ये संसार। पार ब्रह्म आराध्य पार ब्रह्म आराध्य उधर सब परवार। अंचल गए कै साध का तरना ये संसार। अंचल गए कै साध का तरना ये संसार। मीठे हर गुण गाओ जिंदो तू मीठे हर गुण गाओ। मीठे हर गुण गाओ जिंदो तू मीठे हर गुण गाओ। सच्चे
सेती रतिया सच्चे सेती रतिया मिलिया ने थावे थाओ मिलिया ने थावे थाओ पार ब्रह्म आराध्य पार ब्रह्म आराध्य उधर सब परवाह अंचल गए के साध का करना है संसार अंचल गए के साध का तरना है संसार तरना है संसार करना है संसार खूब 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 तेरो नाम 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 झूठ 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 धुनी गुमान झूठ 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 धुनी गुमान खूब 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 तेरो नाम खूब 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 तेरो नाम झूठ 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 धुनी गुमान झूठ 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 धुनी गुमान खूब 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 तेरो नाम खूब 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 तेरो नाम नगज तेरे बंदे दीदार अपार नगज तेरे बंदे दीदार अपार नाम बिना सब दुनिया सार नाम बिना सब दुनिया सार झूठ 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 दुनी गुमान झूठ झूठ झूठ
दुनी गुमान। खूब 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 तेरो नाम। खूब 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 तेरो नाम। झूठ 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 तूने गुमान। झूठ 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 तूने गुमान। खूब 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 तेरो नाम। खूब 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 तेरो नाम। अचरज तेरी कुदरत तेरे कदम सलाह। अचरज तेरी कुदरत तेरे कदम सलाह। गनीब तेरी सिफत सच्चे पातशाह। गनीब तेरी सिफत सच्चे पातशाह। झूठ 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 तूने गुमान। झूठ 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 तूने गुमान। खूब 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 तेरो नाम। खूब 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 तेरो नाम। नितरिया तर पण खुदा। नितरिया तर पण खुदा। गरीब निवाज दिन रहत आए। गरीब निवाज दिन रहत आए। झूठ 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 दुनी गुमान। झूठ 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 दुनी गुमान। खूब 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 तेरो नाम। खूब 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 तेरो नाम। नानक को खुद खस्म मेहरबान।
ਨਾਨਕ ਕੋ ਖੁਦ ਖਸਮ ਮਿਹਰਬਾਨ ਅੱਲਾ ਨਾ ਵਿਸਰੈ ਦਿਲ ਜੀ ਪਰਾਨ ਅੱਲਾ ਨਾ ਵਿਸਰੈ ਦਿਲ ਜੀ ਪਰਾਨ ਝੂਠ 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 ਦੁਨੀ ਗੁਮਾਨ ਝੂਠ 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 ਦੁਨੀ ਗੁਮਾਨ ਖੂਬ 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 ਤੇਰੋ ਨਾਮ ਖੂਬ 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 ਤੇਰੋ ਨਾਮ ਝੂਠ 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 ਦੁਨੀ ਗੁਮਾਨ ਝੂਠ 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 ਦੁਨੀ ਗੁਮਾਨ ਝੂਠ 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 ਦੁਨੀ ਗੁਮਾਨ ਖੂਬ 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 ਤੇਰੋ ਨਾਮ ਖੂਬ 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 ਤੇਰੋ ਨਾਮ ਖੂਬ 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 ਤੇਰੋ ਨਾਮ ਤੇਰੋ ਨਾਮ पलो समो सिमरन की बरिया 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 सिमरत नाम पर पार उतरिया सिमरत नाम पे पार उतरिया पलो समो सिमरन की बरिया पलो समो सिमरन की बरिया सिमरत नाम पे पार उतरिया सिमरत नाम पे पारी उतरिया सिमरत नाम पे पार उतरिया पलो समो सिमरन की बरिया पलो समो सिमरन की बरिया कर कर टहल
रसना गुण गावो चरण ठाकुर कै मार्ग तावो। कर कर टहल रसना गुण गावो चरण ठाकुर कै मार्ग तावो। चरण ठाकुर कै मार्ग तावो। चरण ठाकुर मार्ग तावो। पलो समो सिमरन की बरिया। पलो समो सिमरन की बरिया। सिमरन नाम पार उतरिया। सिमरत नाम पार उतरिया। पालो समो सिमरन की बरिया। पलो समो सिमरन की बरिया। नेत्र संतन का दर्शन पेख प्रभु अविनाशी मन में लेख। नेत्र संतन दर्शन पेख प्रभु अविनाशी मन में पेख। प्रभु अविनाशी मन में पेख। प्रभु अविनाशी मन में पेख। पलो समो सिमरन की बरिया। पलो समो सिमरन की बरिया। नेत्र संतन का दर्शन पेख प्रभु अविनाशी मन में लेख। सुन कीर्तन साध पै जाए जन्म मरण की त्रास मिटाए। सुन कीर्तन साध पै जाए जन्म मरण की त्रास मिटाए। सुन कीर्तन साध पै जाए जन्म मरण की त्रास मिटाए। जन्म मरण की त्रास मिटाए। जन्म मरण की त्रास मिटाए। पलो समो
सिमरन की बरिया पालो समो सिमरन की बरिया सिमरत नाम पे पार उतरिया सिमरत नाम पे पार उतरिया सिमरत नाम पे पार उतरिया पालो समो सिमरन की बरिया पालो समो सिमरन की बरिया चरण कमल ठाकुर उरतार गुलाब दे नानक निस्तार चरण कमल ठाकुर उरतार गुलाब दे नानक निस्तार गुलाब दे नानक निस्तार दुलाब दे नानक निस्तार पलो समो सिमरन की बरिया पालो समो सिमरन की बरिया सिमरत नाम पै पार उतरिया सिमरत नाम पे पार उतरिया सिमरत नाम पै पार उतरिया पलो समो सिमरन की बरिया पालो समो सिमरन की बरिया पै प्राप्त मानुख दोहरिया गोबिंद मिलन किए तेरी बरिया अबर काज तेरा कितना काम मिल साध संगत भज केवल नाम पलो समो सिमरन की बरिया पालो समो सिमरन की बरिया पलो समो सिमरन की बरिया सिमरन की बरिया पलो समो सिमरन की बरिया सिमरन की बरिया सिमरन की बरिया सिमरन की बरिया सिमरन सिमरन की बरिया सिमरन की बरिया वाहे गुरु
नाम बिना कहो को तरिया, नाम बिना कहो को तरिया। नाम बिना कहो को तरिया, नाम बिना कहो को तरिया, नाम बिना कहो को तरिया, नाम बिना कहो को तरिया। बिन सतगुर कैसे पार परया, बिन सतगुर कैसे पार परया। नाम बिना कहो को तरिया, नाम बिना कहो को तरिया। नाम बिना कहो को तरिया, नाम बिना कहो को तरिया। बिन सतगुर कैसे पार परया, बिन सतगुर कैसे पार परया। नाम बिना कहो को तरिया, नाम बिना कहो को तरिया, नाम बिना कहो को तरिया, नाम बिना कहो को तरिया। बिन बाजे कैसो नृत्यकारी, नृत्यकारी। बिन बाजे कैसो नृत्यकारी, नृत्यकारी। बिन कंठ कैसे गावनहारी, बिन कंठ कैसे गावनहारी। जील बिना कैसे बजरवा, जील बिना कैसे बजर बाप। नाम बिना बिरते सबका, नाम बिना कहो को तरिया, नाम बिना कहो को तरिया, नाम बिना कहो को तरिया, नाम बिना कहो को तरिया। बिन सतगुर कैसे पार परया, बिन सतगुर कैसे पार परया। नाम बिना कहो को तरिया, नाम बिना कहो को तरिया, नाम बिना कहो को तरिया, नाम बिना कहो को तरिया। बिन जहवा कहा को बकता, बकता। बिन जहवा कहा को बकता, बकता। बिन श्रवणा कहा को सुनता, बिन श्रवणा कहाँ को सुनता। बिन नेत्रा कहाँ को
ਕਹੀ ਨ ਲੇਖੈ ਨਾਮ ਬਿਨਾ ਨਰ ਕਹੀ ਨ ਲੇਖੈ ਨਾਮ ਬਿਨਾ ਕਹੋ ਕੋ ਤਰਿਆ 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 ਬਿਨ ਵਿਦਿਆ ਕਹਾ ਕੋਈ ਪੰਡਤ ਪੰਡਤ ਬਿਨ ਵਿਦਿਆ ਕਹਾ ਕੋਈ ਪੰਡਤ ਪੰਡਤ ਬਿਨ ਅਮਰੇ ਕੈਸੇ ਰਾਜ ਮੰਡਤ ਬਿਨ ਅਮਰੇ ਕੈਸੇ ਰਾਜ ਮੰਡਤ ਬਿਨ ਬੂਝੇ ਕਾ ਮਨ ਠਹਿਰਾਨਾ ਬਿਨ ਬੂਝੇ ਕਾ ਮਨ ਠਹਿਰਾਨਾ ਨਾਮ ਬਿਨਾ ਸਭ ਜਗ ਬੋਰਾਨਾ ਨਾਮ ਬਿਨਾ ਕਹੋ ਕੋ ਤਰਿਆ 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 ਬਿਨ ਬੈਰਾਗ ਕਹਾਂ ਬੈਰਾਗੀ ਬੈਰਾਗੀ ਬਿਨ ਬੈਰਾਗ ਕਹਾਂ ਬੈਰਾਗੀ ਬੈਰਾਗੀ ਬਿਨ ਤਿਆਗ ਕੋ ਤਿਆਗੀ ਬਿਨ ਤਿਆਗ ਕਹਾਂ ਕੋ ਤਿਆਗੀ ਬਿਨ ਬਸ ਪੰਚ ਕਾ ਮਨ ਚੂਰੇ ਬਿਨ ਬਸ ਪੰਚ ਕਹਾ ਮਨ ਚੂਰੇ ਨਾਮ ਬਿਨਾ ਸਤ ਸਤ ਹੀ ਚੂਰੇ ਨਾਮ ਬਿਨਾ ਸਤ ਸਤ ਹੀ ਚੂਰੇ ਨਾਮ ਬਿਨਾ ਕਹੋ ਕੋ ਤਰਿਆ 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 ਬਿਨ ਗੁਰ ਦਿਖਿਆ ਕੈਸੇ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰ ਕਾ ਵਿਚਾਰ ਬਿਨ ਗੁਰ ਦਿਖਿਆ ਕੈਸੇ ਗਿਆਨ ਗਿਆਨ ਬਿਨ ਗੁਰ ਦਿਖਿਆ ਕੈਸੇ ਗਿਆਨ ਗਿਆਨ ਬਿਨ ਪੇਖੇ ਕਹੋ ਕੈਸੋ ਧਿਆਨ ਬਿਨ ਪੈ ਕਥਨੀ ਸਰਬ ਵਿਕਾਰ ਬਿਨ ਪੈ ਕਥਨੀ ਸਰਬ ਵਿਕਾਰ ਕਹੋ ਨਾਨਕ ਦਰ ਕਾ ਵਿਚਾਰ ਕਹੋ ਨਾਨਕ ਦਰ ਕਾ ਵਿਚਾਰ ਨਾਮ ਬਿਨਾ ਕਹੋ ਕੋ ਤਰਿਆ ਨਾਮ ਬਿਨਾ ਕਹੋ ਕੋ ਤਰਿਆ ਨਾਮ ਬਿਨਾ
ਸਤਿਗੁਰ ਕੈਸੇ ਪਾਰ ਪਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ, ਬਿਨ ਸਤਿਗੁਰ ਕੈਸੇ ਪਾਰ ਪਰਿਆ। ਨਾਮ ਬਿਨਾ ਕਹੋ ਕੋ ਤਰਿਆ, ਨਾਮ ਬਿਨਾ ਕਹੋ ਕੋ ਤਰਿਆ, ਨਾਮ ਬਿਨਾ ਕਹੋ ਕੋ ਤਰਿਆ, ਨਾਮ ਬਿਨਾ ਕਹੋ ਕੋ ਤਰਿਆ। ਤਰਿਆ। ਇੱਕ ਸ਼ਬਦ ਦੀ ਹਾਜ਼ਰੀ ਹੋਰ ਆਪ ਜੀ ਪ੍ਰਵਾਨ ਕਰੋ ਜੀ। ਤੇਰੀ ਸ਼ਰਨ ਤੇਰਾ ਦਰਬਾਰ, ਤੇਰੀ ਸ਼ਰਨ ਤੇਰਾ ਦਰਬਾਰ, ਰਾਖੋ 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 ਕਿਰਪਾ ਤਾ, ਰਾਖੋ 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 ਕਿਰਪਾ ਤਾ। ਤੇਰੀ ਸ਼ਰਨ ਤੇਰਾ ਦਰਬਾਰ, ਤੇਰੀ ਸ਼ਰਨ ਤੇਰਾ ਦਰਬਾਰ, ਰਾਖੋ 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 ਕਿਰਪਾ ਤਾ, ਰਾਖੋ 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 ਕਿਰਪਾ ਤਾ। ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰ। ਜਿਸ ਤੂੰ ਰਾਖੈ ਤਿਸ ਕੌਣ ਮਾਰੈ, ਸਭ ਤੁਝ ਹੀ ਅੰਤਰ ਸਗਲ ਸੰਸਾਰ। कोट उपाव चितवत है प्राणी, सो होवै जे करे चोज बिडानी, सो होवै जे करे चोज बिडानी। तेरी शरण तेरा दरबार, तेरी शरण तेरा दरबार, राखो 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 किरपा ता, राखो 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 किरपा ता। जिन सेवया निर्भव सुख दाता, तिन पौ दूर किया एक बराता। जिन सेवया निर्भव सुख दाता, तिन पौ दूर किया एक बराता। जो तू कर सोई पुन होए, मारा न राखै दूजा कोय, मारा न राखै दूजा कोय। तेरी शरण तेरा दरबार, तेरी शरण तेरा दरबार, राखो
क्या तू सोचै मानस बान अंतर जामी पुरख सुजान। क्या तू सोचै, क्या तू सोचै मानस बान अंतर जामी पुरख सुजान। एक टेक एको आधार, एक टेक एको आधार सब किछ जाने सिरजनहार। क्या तू सोचै मानस बान अंतर जामी पुरख सुजान। एक टेक एको आधार सब किछ जाने सिरजनहार। सब किछ जाने सिरजनहार। तेरी शरण तेरा दरबार, तेरी शरण तेरा दरबार। राखो 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 कृपा तार। राखो 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 कृपा तार। तेरी शरण तेरा दरबार, तेरी शरण तेरा दरबार। राखो 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 कृपा तार। राखो 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 कृपा तार। जिस ऊपर नदर करे करतार, तिस जन के सब काज सवार। जिस ऊपर नदर करे करतार, तिस जन के सब काज सवार। तिस कारा काए को सोए, जन नानक अपड़ ना साकै कोए। जन नानक अपड़ न साकै कोई। तेरी शरण तेरा दरबार, तेरी शरण तेरा दरबार। राखो 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 कृपा तार। राखो 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 कृपा तार। तेरी शरण तेरा दरबार, तेरी शरण तेरा दरबार। राखो 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 कृपा तार। राखो 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 कृपा तार। राखो 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 कृपा तार। राखो राखो कृपा राखो कृपा तार। राखो राखो कृपा राखो कृपा राखो कृपा तार। राखो 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 कृपा तार।
ਪਿਆਰੇ ਸਾਧ ਸੰਗਤ ਜੀਓ, ਅੱਜ ਦੇ ਗੁਰਮਤਿ ਸਮਾਗਮਾਂ ਦੀ ਇੱਥੇ ਹੀ ਸਮਾਪਤੀ ਹੈ। ਵਡਭਾਗੇ ਹੋ, ਧੰਤਾ ਜੋਗ ਹੋ ਜੋ ਕਿ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠ ਕੇ ਆਪ ਜੀ